ਤੁਹਾਨੂੰ ਕਿਸੇ ਨੇ ਤੁਹਾਡੀ ਦਾੜੀ ਨੂੰ ਨਹੀਂ ਫੜਿਆ, ਤੁਹਾਨੂੰ ਕਿਸੇ ਨੇ ਕੁੱਟਿਆ ਨਹੀਂ ਹੈ, ਤੁਸੀਂ ਝੂਠ ਬੋਲ ਰਹੇ ਹੋ। ਕੋਈ ਲੜਕੀਆਂ ਇੱਥੇ ਅੜ ਕੇ ਮੁੱਕਰ ਜਾਂਦੀਆਂ ਨੇ। ਲੜਕੀਆਂ ਮੁੱਕਰਨ ਦਾ ਕਾਰਨ ਉਹਨਾਂ ਦਾ ਫਿਊਚਰ ਜਿਹੜਾ ਹੈ, ਆਈ ਡੋਂਟ ਨੋ ਕਾਰਨ ਕੀ ਹੈ ਇਹਦੇ ਪਿੱਛੇ, ਕਿਉਂਕਿ ਲੋਕ ਪੈਸੇ ਲੈਂਦੇ ਨੇ। ਉਸ ਤੋਂ ਬਾਅਦ ਲੋਕ ਜਿਹੜੇ ਨੇ ਇੱਥੇ ਅੜ ਕੇ ਲੜਕੀਆਂ ਦੂਜੇ ਮੁੰਡੇ ਲੱਭ ਲੈਂਦੀਆਂ ਨੇ, ਜਾਂ ਫਿਰ ਉਹਨਾਂ ਨੇ ਕੋਈ ਹੋਰ ਪੈਸੇ ਉਹਨਾਂ ਨੂੰ ਬਣਾਉਣ ਦਾ ਸਾਧਨ ਹੈ। ਆਈ ਹੈਵ ਨੋ ਐਨੀ ਆਈਡੀਆ, ਬਟ ਇਹ ਟਰੂ ਐਂਡ ਫੈਕਟ ਹੈ ਕਿ ਕੈਨੇਡਾ ਦੇ ਵਿੱਚ ਲੋਕੀ ਆਣ ਕੇ ਇੱਥੇ ਮੁੱਕਰ ਜਾਂਦੇ ਨੇ ਵੱਡੀ ਗਿਣਤੀ ਵਿੱਚ। ਇਹ ਜ਼ਿਆਦਾ ਲੜਕੀਆਂ ਮੁੱਕਰਦੀਆਂ ਨੇ, ਲੜਕੇ ਘੱਟ ਆਉਂਦੇ ਨੇ। ਲੜਕੀਆਂ ਤੂੰ ਦੇਖਿਆ ਹੋਣਾ ਕਿ ਜ਼ਿਆਦਾਤਰ ਲੜਕੀਆਂ ਹੀ ਇੱਥੇ ਆਉਂਦੀਆਂ ਨੇ ਤੇ ਲੜਕੇ ਇੰਡੀਆ ਸਾਡੇ ਨਾਲ ਗੱਲਬਾਤ ਕਰਦੇ ਨੇ। ਇਹੋ ਜਿਹੀ ਸਾਡੇ ਪਾਸ ਹੋਰ ਨੰਬਰਸ ਆਫ ਸਟੋਰੀਜ਼। ਠੀਕ ਹੈ ਬਾਸੀ ਸਾਹਿਬ ਜੀ। ਹਾਂਜੀ ਬਾਸੀ ਸਾਹਿਬ, ਦੋ ਗੱਲਾਂ ਤੋਂ ਸਿੱਧੀਆਂ ਪਤਾ ਲੱਗਦਾ ਜਿਹੜਾ ਸਹੁਰਾ ਸਾਹਿਬ ਉਹ ਝੂਠ ਬੋਲ ਰਿਹਾ ਸ਼ਰੇਆਮ। ਐਂ ਕਿਵੇਂ ਹੋ ਸਕਦਾ ਜੀ ਪਿੰਡ 'ਚ ਕਿਸੇ ਨੂੰ ਪਤਾ ਨਾ ਹੋਵੇ? ਐਂ ਕਿਵੇਂ ਹੋ ਸਕਦਾ ਕੁੜੀ ਦਾ ਵਿਆਹ ਕਰਿਆ ਹੋਵੇ, ਆਨੰਦ ਕਰਾ ਕੇ ਬੰਦਾ ਚਲਿਆ ਗਿਆ, ਪੈਲਸ 'ਚ ਨਾ ਗਿਆ ਹੋਵੇ? ਇਹ ਵੀ ਗੱਲ ਝੂਠ ਆ, ਕਿਉਂਕਿ ਉਹਨਾਂ ਦਾ ਪਹਿਲਾਂ ਤੋਂ ਹੀ ਪਲਾਨ ਸੀ। ਤੀਜੀ ਗੱਲ, ਮੁੰਡੇ ਦੀ ਕੋਈ ਫਾਈਲ ਨਹੀਂ ਲੱਗੀ, ਕੁਛ ਨਹੀਂ ਲੱਗਿਆ, ਉਹਨੂੰ ਪੰਬੂ ਧਾਰੇ 'ਚ ਪਾਤਾ, ਵਿਚਾਰੇ ਨੂੰ ਉਹੀ ਬਦਨਾਮ ਕਰਤਾ ਵੀ ਹਾਂ ਤੇਰੀ ਫਾਈਲ ਰਿਜੈਕਟ ਹੋ ਗਈ। ਆਪਾਂ ਵੀ ਕੈਨੇਡਾ ਬੈਠੇ, ਆਪਾਂ ਨੂੰ ਵੀ ਪਤਾ ਫਾਈਲਾਂ ਕਿਵੇਂ ਲੱਗਦੀਆਂ ਨੇ। ਤਾਂ ਸ਼ਰੇਆਮ ਬੰਦਾ ਜਦੋਂ ਕੋਈ ਪੈਂਦਾ ਪਿੰਡ ਤੱਕ ਪਤਾ ਨਹੀਂ ਅਸੀਂ ਸੱਦਿਆ ਨਹੀਂ। ਸੱਦਿਆ ਕਿਉਂ ਨਹੀਂ? ਤੁਹਾਡਾ ਪਹਿਲਾਂ ਪਲਾਨ ਸੀਗਾ ਵੀ ਪੈਸੇ ਲੈਣੇ ਆ ਤੁਸੀਂ ਉਹ ਤੋਂ, ਤੇ ਇਹ ਸਾਰਾ ਪਲਾਨ ਤੁਸੀਂ ਰਿਸ਼ਤੇਦਾਰਾਂ ਨਾਲ ਬਹਿ ਕੇ ਕੜਿਆ। ਉਹ ਵਿਚਾਰਾ ਬੈਠਾ, ਉਹਦੀ ਤਾਂ ਜ਼ਿੰਦਗੀ ਖਰਾਬ ਹੋ ਗਈ ਜੀ। ਮੈਂ ਮੰਨਦਾ ਮੁੰਡਿਆਂ ਦੀ ਗਲਤੀ ਆ, ਅਗਲਾ ਪਰ ਭਾਜੀ ਆਪਦੇ ਭਵਿੱਖ ਲਈ ਹਰ ਕੋਈ ਕਰਦਾ। ਮੈਂ ਕਹਿੰਦਾ ਸਹੁਰੇ ਦੇ ਤਾਂ ਜੁੱਤੇ ਪਏ ਪਏ, ਕੁੜੀ ਦੇ ਵੀ ਸੱਦ ਕੇ ਇਹਨਾਂ ਦੇ ਗਿੱਟੇ ਰਗੜਨੇ ਚਾਹੀਦੇ ਆ ਥਾਣੇ 'ਚ, ਫਿਰ ਇਹਨਾਂ ਨੂੰ ਪਤਾ ਲੱਗੂ ਕੁੜੀਆਂ ਨੂੰ ਵੀ ਤੇ ਕੁੜੀਆਂ ਵਾਲਿਆਂ ਨੂੰ। ਕਿਉਂਕਿ ਮੈਂ ਸਿੱਧੂ ਸਾਹਿਬ ਹਮੇਸ਼ਾ ਕਹਿੰਦੇ ਆ ਜਦੋਂ ਕੁੜੀਆਂ ਵਾਲਿਆਂ ਦੇ ਘਰ ਦੇ ਨਾਲ ਰਲਦੇ ਆ ਤਾਂ ਲੱਖ ਲਾਹਣਤਾਂ ਨੇ। ਵਿਆਹ ਨੂੰ ਇਹਨਾਂ ਨੇ ਬਹੁਤ ਹੀ ਇੱਕ ਪਵਿੱਤਰ ਰਿਸ਼ਤੇ ਨੂੰ ਜੀ ਬਹੁਤ ਹੀ ਗੰਦੀ ਚੀਜ਼ ਬਣਾਤੀ। ਮਿਹਰਬਾਨੀ ਕੁਲਵੀਰ ਜੀ। ਤੁਸੀਂ ਸਾਰੇ ਕਿ ਲੋਕ ਕਹਿ ਰਹੇ ਨੇ ਕਿ ਤੁਹਾਡੀ ਜਿਹੜੀ ਆ ਇੰਟਿਊਸ਼ਨ ਜਿਹੜੀ ਕਲਰ ਇਹਨਾਂ ਦੇ ਹੀ ਪਾਏ ਹੋ ਸਕਦੇ, ਇਹਨਾਂ ਦੇ ਆਪਦੇ ਕਲਰ ਹੀ ਪਾਏ ਆ। ਇਹ ਆਹ ਤੁਸੀਂ ਉਹ ਦੱਸੋ ਕਿ ਮੈਂ ਬਿਨਾਂ ਸਬੂਤ ਤੋਂ ਕਹੂੰਗਾ ਵੀ ਫੈਨ ਲੱਗੀ ਆ। ਸੁਖਪਾਲ ਤੁਸੀਂ ਐਮਬੈਸੀ ਵਿੱਚ ਪੇਸ਼ ਹੋਏ ਸੀ, ਕੈਨੇਡੀਅਨ ਐਮਬੈਸੀ ਚ ਵੀ ਹੈਗੇ ਆ। ਸੁਖਪਾਲ ਤੁਸੀਂ ਐਮਬੈਸੀ ਵਿੱਚ ਪੇਸ਼ ਹੋਏ ਸੀ? ਸਰ ਅੰਬੈਸੀ ਵਿੱਚ ਪੇਸ਼ ਹੋਇਆ ਸੀ। ਉਹਨਾਂ ਨੇ ਮੈਥੋਂ ਇਹਨਾਂ ਦੀ ਲੜਕੀ ਦਾ ਫੋਨ ਨੰਬਰ ਮੰਗਿਆ ਜੀ। ਉਹ ਮੇਰਾ ਨੰਬਰ ਇਹਨੇ ਬਲੌਕ 'ਚ ਕੀਤਾ ਲੜਕੀ ਨੇ। ਨਾ ਮੇਰੇ ਕੋਲ ਚੈਟ ਸੀਗੀ, WhatsApp ਚੈਟ ਮੰਗੀ ਉਹਨਾਂ ਨੇ। ਫਿਰ ਉਹਨਾਂ ਨੇ ਮੈਥੋਂ ਘੁੰਮਣ ਫਿਰਨ ਦੀਆਂ ਫੋਟੋਆਂ ਮੰਗੀਆਂ, ਉਹ ਵੀ ਮੇਰੇ ਕੋਲ ਹੈਗੀਆਂ ਸੀ। ਤੇ ਬਾਅਦ 'ਚ ਆਧਾਰ ਕਾਰਡ 'ਚ ਉਹ ਕਹਿੰਦੇ ਨਾ ਕਿੱਥੇ ਆ, ਫਿਰ ਨਾਮ ਨਹੀਂ ਹੈਗਾ ਸੀ ਆਧਾਰ ਕਾਰਡ 'ਚ। ਇੱਕ ਦਿਨ 'ਚ ਦੱਸੋ ਜੀ ਕਿੱਥੋਂ ਨਾ ਪੈ ਜੂ ਆਧਾਰ ਕਾਰਡ 'ਚ? ਨਹੀਂ ਮੇਰਾ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਐਮਬੈਸੀ ਵਿੱਚ ਜਦੋਂ ਗਏ ਤੁਹਾਡੇ ਘਰ ਚਿੱਠੀ ਆਈ ਸੀ ਤੁਸੀਂ ਪੇਸ਼ ਹੋਵੋ? ਹਾਂਜੀ, ਤੁਹਾਡੇ ਘਰ ਵਿੱਚ ਕੈਨੇਡੀਅਨ ਐਮਬੈਸੀ ਦੇ ਵੱਲੋਂ ਕੋਈ ਚਿੱਠੀ ਆਈ ਸੀ ਕਿ ਤੁਸੀਂ ਇੰਨੀ ਤਰੀਕ ਨੂੰ ਪੇਸ਼ ਹੋਵੋ? ਹਾਂਜੀ ਚਿੱਠੀ ਆਈ ਸੀ ਕਿ ਮੈਂ ਗਿਆ ਸੀਗਾ ਜੀ ਉੱਥੇ। ਇਹਦਾ ਮਤਲਬ ਇਹ ਆ ਕਿ ਉਹਨੇ ਕੁੜੀ ਨੇ ਸਪਾਂਸਰ ਤੁਹਾਨੂੰ ਕੀਤਾ ਸੀ? ਸਪਾਂਸਰ ਕੀਤਾ ਸੀ ਜੀ, ਡਾਕੂਮੈਂਟ ਸਹੀ ਨਹੀਂ ਸੀ ਪਹਿਲਾਂ ਹੀ। ਉਹ ਡਿਫਰੈਂਟ ਇਸ਼ੂ ਹੈ, ਮੈਂ ਮੰਨਦਾ ਆ ਉਹ ਡਿਫਰੈਂਟ ਇਸ਼ੂ ਹੈ, ਪਰ ਸਪਾਂਸਰ ਕੀਤਾ ਸੀ ਲੜਕੀ ਨੇ। ਇਹਦੇ ਵਿੱਚ ਚਿੱਠੀ ਆਈ ਹੈ ਉਹਦੇ ਉੱਪਰ ਤੁਹਾਡਾ ਇੱਕ ਫਾਈਲ ਨੰਬਰ ਲਿਖਿਆ ਹੋਵੇਗਾ। ਫਾਈਲ ਨੰਬਰ ਉਦੋਂ ਲਿਖਿਆ ਸੀਗਾ ਜੀ, ਉਹ ਮੈਨੂੰ ਚੇਤੇ ਨਹੀਂ ਗਈ ਤੇ ਮੈਂ ਗਿਆ ਸੀਗਾ। ਉਹ ਮੈਂ ਇਧਰੋਂ ਆਪ ਫਾਈਲ ਲਾਈ। ਉਸ ਤੋਂ ਬਾਅਦ ਤੁਹਾਨੂੰ ਚਿੱਠੀ ਆਈ, ਤੁਹਾਨੂੰ ਉਸ ਤੋਂ ਬਾਅਦ ਤੁਹਾਨੂੰ ਕਲੈਕਟਰ ਆਇਆ ਰਿਫਿਊਜ ਦਾ? ਅੰਬੈਸੀ ਨੇ ਮੈਨੂੰ ਇੱਕ ਗੱਲ ਹੀ ਪੁੱਛੀ ਜੀ, ਕਹਿੰਦੇ ਤੁਸੀਂ ਇੱਕ ਦਿਨ ਚ ਕੀ ਕੁਛ ਕਰ ਲਿਆ? ਕਹਿੰਦੇ 24 ਨੂੰ ਵਿਆਹ ਹੋ ਜਾਂਦਾ ਤੇ 26 ਨੂੰ ਕੁੜੀ ਫਿਰ 30 ਨੂੰ ਚੜੀ ਜਾਂਦੀ ਵਾਪਸੀ। ਇੰਨੇ ਦਿਨ ਚ ਤੁਸੀਂ ਕੀ ਕੁਛ ਕਰ ਲਿਆ? ਮਿਹਰਬਾਨੀ ਜੀ। ਨੰਬਰ 3 ਕਾਲਰ ਕੀ ਕਹਿਣਾ ਚਾਹੁੰਦਾ ਤੁਹਾਡਾ? ਸਪੀਕ ਯੂਰ ਮਾਈਂਡ। ਮੈਂ ਤਾਂ ਜੀ ਇਹੀ ਕਹਾਂਗਾ ਵੀ ਜਿਹੜੇ ਪਿੰਡ ਤੋਂ ਇਹ ਭਾਈ ਸਾਹਿਬ ਹੈਗੇ ਨੇ, ਲੜਕੀ ਦੇ ਫਾਦਰ, ਉਹ ਪਿੰਡ ਆਪਣੇ ਆਪ 'ਚ ਹੀ ਮਹਾਨ ਹੈ। ਸਿੱਖ ਕੌਮ ਨੂੰ ਬੜਾ ਵੱਡਾ ਯੋਧਾ ਦਿੱਤਾ ਉਸ ਕੌਮ ਨੇ, ਉਸ ਪਿੰਡ ਨੇ। ਤੇ ਬਾਕੀ ਅੱਜ ਕੱਲ ਤੇ ਬੜੇ ਕਰਮਾਂ ਵਾਲੇ ਲੋਕ ਜਿਨ੍ਹਾਂ ਨੂੰ ਅੰਮ੍ਰਿਤਧਾਰੀ ਬੱਚੇ ਲੱਭ ਜਾਣ ਆਪਣੀਆਂ ਧੀਆਂ ਵਾਸਤੇ। ਤੇ ਮੇਰੇ ਖਿਆਲ ਨਾਲ ਤੇ ਬੰਦੇ ਨੂੰ ਬੱਚੇ ਨਾਲ ਆਪਣੀ ਧੀ ਦਾ ਰਿਸ਼ਤਾ ਕਰ ਦੇਣਾ ਚਾਹੀਦਾ, ਕਿਉਂਕਿ ਇਹਨਾਂ ਦੀ ਵੀ ਗਲਤੀ ਕਿਤੇ ਨਾ ਕਿਤੇ ਜ਼ਰੂਰ ਹੋਏਗੀ। ਵੀ ਮੁੰਡਾ ਬਿਲਕੁਲ ਸਹੀ ਲੱਗਦਾ, ਅੰਮ੍ਰਿਤਧਾਰੀ ਬੱਚਾ ਹੈ। ਹੋਰ ਇਹਨਾਂ ਨੂੰ ਕੀ ਚਾਹੀਦਾ? ਇਹਨਾਂ ਦੇ ਤੇ ਪਿੰਡ ਦਾ ਬੜਾ ਵੱਡਾ ਆਪਣੇ ਆਪ 'ਚ ਇਤਿਹਾਸ ਹੈ ਵੀ ਜੇ ਅੰਮ੍ਰਿਤਧਾਰੀ ਕੀ ਹੁੰਦਾ। ਮਤਲਬ ਇਹ ਮੇਰੇ ਹਿਸਾਬ ਨਾਲ ਇਹ ਬਾਪ ਨੂੰ ਆਪਣੀ ਧੀ ਦਾ ਘਰ ਨਹੀਂ ਬਰਬਾਦ ਕਰਨਾ ਚਾਹੀਦਾ, ਉਹ ਕੁੜੀ ਦਾ ਰਿਸ਼ਤਾ ਮੁੰਡੇ ਨਾਲ ਕਰ ਦੇਣਾ ਚਾਹੀਦਾ। ਮਿਹਰਬਾਨੀ। ਨੰਬਰ 4 ਕਾਲਰ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਬਾਸੀ ਸਾਹਿਬ ਕੁੜੀ ਨੂੰ ਲੈ ਕੇ ਆਓ, ਤੇ ਦੋਨਾਂ ਪਾਰਟੀਆਂ ਦਾ ਹੀ ਕਸੂਰ ਲੱਗ ਰਿਹਾ ਵੀ ਦੋਨਾਂ ਨੇ ਰਲ ਕੇ ਪਹਿਲਾਂ ਕੀਤਾ ਤੇ ਬਾਅਦ ਚ ਕੁੜੀ ਮੁੱਕਰੀ ਹੈ ਜਾਂ ਪੇਪਰਾਂ ਦਾ ਰੌਲਾ ਪਿਆ, ਉਸ ਤੋਂ ਬਾਅਦ ਇਹਨਾਂ ਦੀ ਲੜਾਈ ਸ਼ੁਰੂ ਹੋਈ ਹੈ। ਬਾਸੀ ਸਾਹਿਬ ਮਿਹਰਬਾਨੀ ਜੀ। ਨੰਬਰ 2 ਕਾਲਰ। ਹੈਲੋ ਜੀ, ਪ੍ਰੋਸੀਡ ਕਰੋ ਸਰ। ਹਾਂਜੀ ਸਰ, ਇਹ ਕੁੜੀ ਦਾ ਪਿਓ ਝੂਠ ਬੋਲ ਰਿਹਾ। ਇਹ 100 ਨਹੀਂ 200% ਆ, ਇਹ ਗਰੰਟੀ ਹੈ ਝੂਠ ਬੋਲ ਰਿਹਾ। ਇਹ ਆਪਦੀ ਕੁੜੀ ਦਾ ਘਰ ਪੱਟੂਗਾ, ਇਹ ਮੂੰਹ ਕਾਲਾ ਕਰਾਊਗਾ ਆਪਦਾ। ਕੁਲਵੀਰ ਜੀ, ਲੋਕ ਤੁਹਾਨੂੰ ਝੂਠਾ ਕਰਾਰ ਦੇ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ? ਚਲੋ ਕੋਈ ਗੱਲ ਨਹੀਂ ਯਾਰ, ਇਹ ਕੇਸ ਚੱਲੀ ਜਾਂਦਾ। ਨੰਬਰ 1 ਕਾਲਰ ਪਲੀਜ਼।
ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ, ਬੋਲੋ। ਹਾਂਜੀ ਇਹ ਇਹਨਾਂ ਦੇ ਪਿਓ ਦਾ, ਜਿਹੜੇ ਕੁੜੀ ਦਾ ਪਿਓ ਹੈ ਨਾ, ਇਹਦਾ ਦਿਲ ਪਹਿਲਾਂ ਹੀ ਕਾਲਾ ਸੀ, ਇਸ ਕਰਕੇ ਇਹਨਾਂ ਨੇ ਵਿਆਹ ਦਾ ਕੋਈ ਖਰਚਾ ਨਹੀਂ ਕੀਤਾ, ਨਾ ਇਹ ਗਏ, ਨਾ ਇਹਨਾਂ ਨੇ ਭਿਣਕ ਪੈਣ ਦਿੱਤੀ ਕਿਸੇ ਨੂੰ। ਇਸ ਕਰਕੇ ਮੁੰਡੇ ਨੇ ਸਾਰਾ ਖਰਚਾ ਕੀਤਾ ਤੇ ਉਹ ਤਾਂ ਗਿਆ ਪੱਟਿਆ, ਤੇ ਇਹਨਾਂ ਦੇ ਦਿਲ 'ਚ ਪਹਿਲਾਂ ਹੀ ਕਾਲਖ ਸੀਗੀ ਵੀ ਆਪਾਂ ਕੁੜੀ ਨੂੰ ਐ ਕਰਕੇ ਇਹਦਾ ਕਰ ਦਈਏ ਤੇ ਆਪੇ ਤੁਰਿਆ ਫਿਰੂਗਾ ਜਿਵੇਂ ਮਰਜ਼ੀ, ਆਪਾਂ ਇੱਕ ਵਾਰ ਕੁੜੀ ਨੂੰ ਪੈਸੇ ਲਾ ਕੇ ਭੇਜ ਦਈਏ ਮੁੰਡਿਆਂ ਵੱਲੋਂ। ਸਾਡਾ ਇਹ ਪ੍ਰੋਗਰਾਮ ਤੁਹਾਡੇ ਸੇਵਾ ਵਿੱਚ ਮਹਿੰਦਰਾ ਜੁਐਲਰ ਅਤੇ ਉਰਾ ਡੈਪ ਸੋਲੂਸ਼ਨ ਸਵੀਟ ਮੈਲ ਰੈਸਟੋਰੈਂਟ ਦੇ ਸੁੱਖਾ ਜੀ ਅਤੇ ਕੈਲ ਟ੍ਰੇਲਰ ਲੀਜ਼ਿੰਗ ਨੂੰ ਭੁੱਲੋ ਨਾ। ਟਰੱਕ ਟ੍ਰੇਲਰ ਖਰੀਦਣ ਲਈ 909-352 5220 ਤੇ ਕਾਲ ਕਰ ਸਕਦੇ ਹੋ ਜੀ। ਤੇ ਨਾਲ ਹੀ ਸਾਡੇ ਪਲੈਟੀਨਮ ਸਪਾਂਸਰ ਨੇ ਜੀ ਐਕਸਲੈਂਟ ਸਪੈਂਡ ਰਿਪੇਅਰ ਤੋਂ ਮਿਸਟਰ ਬਾਜਵਾ 905 616 8082। ਹਰ ਮੇਕ ਮਾਡਲ ਦੇ ਟਰੱਕ ਟ੍ਰੇਲਰ ਦਾ ਐਕਸਲ ਸਪੈਂਡਲ ਕਿੰਗ ਪੈਨ ਰਿਪੇਅਰ ਜਾਂ ਰਿਪਲੇਸ ਕਰਾਉਣਾ ਤਾਂ ਕਾਲ ਕਰਨੀ ਮਿਸਟਰ ਬਾਜਵਾ ਨੂੰ 905 616 8082। ਨੰਬਰ 4 ਕਾਲਰ, ਸਪੀਕ ਯਰ ਮਾਈਂਡ। ਜਤਿੰਦਰ, ਸਪੀਕ ਯਰ ਮਾਈਂਡ। ਸਤਿ ਸ਼੍ਰੀ ਅਕਾਲ ਵਾਸੀ ਸਾਹਿਬ ਜੀ। ਬੋਲੋ ਸਰ। ਜੀ ਮੈਂ ਕਹਿਣਾ ਚਾਹੁੰਦਾ ਜੀ, ਕੁੜੀ ਵਾਲਿਆਂ ਦੀ ਗਲਤੀ ਆ ਜੀ, ਠੀਕ ਆ ਜੀ ਜੀ। ਤੇ ਜਾਂ ਤਾਂ ਮੁੰਡੇ ਨੂੰ ਪੈਸੇ ਦੇ ਦੇਣ ਤੇ ਜਾਂ ਮੁੰਡੇ ਨੂੰ ਬਾਹਰ ਬੁਲਾ ਲੈਣ ਜੀ। ਜੋ ਵੀ ਇਹਨਾਂ ਦਾ ਸੈਟਲਮੈਂਟ ਹੋਣੀ ਚਾਹੀਦੀ ਹੈ ਜੀ। ਮੁੰਡੇ ਨਾਲ ਗਲਤ ਹੋ ਰਿਹਾ ਜੀ। ਜੀ ਕੁਲਵੀਰ ਜੀ, ਸਾਰੇ ਲੋਕ ਇਹ ਕਹਿ ਰਹੇ ਨੇ ਕਿ ਗਲਤੀ ਤੁਹਾਡੇ ਵਿੱਚ ਕੱਢੀ ਜਾ ਰਹੀ ਹੈ। ਜਾਂ ਤਾਂ ਕੁੜੀ ਨੂੰ ਵੀ ਲਾਈਨ ਤੇ ਲੈ ਆਓ ਤੇ ਗੱਲ ਹੋ ਜੂਗੀ ਨਾ। ਕੁੜੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕੱਲ ਦੇ ਪ੍ਰੋਗਰਾਮ ਵਿੱਚ ਲਿਆਂਦਾ ਜਾਵੇ, ਕਿਉਂਕਿ ਕੁਲਵੀਰ ਜੀ ਆਪਣਾ ਪੱਖ ਪੇਸ਼ ਕਰ ਰਹੇ ਨੇ। ਕੁਲਵੀਰ ਜੀ ਕਹਿੰਦੇ ਕਿ ਸਾਨੂੰ ਪੁਲਿਸ ਨੇ ਕੁੱਟਿਆ ਵੀ ਹੈ, ਤਸੱਦਦ ਕੀਤਾ ਹੈ, ਇਹ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਸੋ ਜੇ ਕਹਿ ਰਹੇ ਤਸੱਦਦ ਕੀਤਾ ਹੈ ਤੇ ਇਹਨਾਂ ਨੇ ਫਿਰ ਇਹ ਕੋਰਟ ਵਿੱਚ ਕਿਉਂ ਨਹੀਂ ਕਿਹਾ? ਤੁਸੀਂ ਜੱਜ ਸਾਹਿਬ ਨੂੰ ਕਹਿ ਸਕਦੇ ਤੁਹਾਨੂੰ ਪੁਲਿਸ ਨੇ ਕੁੱਟਿਆ ਕੁਲਵੀਰ? ਸਰ ਜੀ ਜੱਜ ਨੂੰ ਉੱਥੇ ਦੱਸਿਆ ਸਾਰਾ ਕੁਝ, ਵਕੀਲ ਨੂੰ ਦੱਸਿਆ ਮੇਰੇ। ਐਨੀਵੇ, ਸੋ ਨੰਬਰ 3 ਕਾਲਰ ਪਲੀਜ਼। ਹਾਂਜੀ, ਗੁੱਡ ਮਾਰਨਿੰਗ ਬਾਸੀ ਸਾਹਿਬ, ਰੋਹਨ ਬੋਲ ਰਿਹਾ ਜੀ। ਜੀ ਕਿਆ ਐਕਸ਼ਨ ਲਓ ਰੋਹਨ? ਬਾਸੀ ਸਾਹਿਬ ਦੇਖੋ, ਬਾਸੀ ਸਾਹਿਬ ਪੂਰੀ ਗੱਲ ਸੁਣਿਓ ਜੀ। ਪਹਿਲੀ ਗੱਲ ਤਾਂ ਬਾਸੀ ਸਾਹਿਬ ਦੇਖੋ, ਜਿਵੇਂ ਸ਼ਰਾਬ ਪੀ ਕੇ, ਹੁਣ ਉਹ ਵਿਆਹ ਹੋਇਆ ਸ਼ਰਾਬ ਪੀ ਕੇ, ਖੌਰੂ ਦਾ ਮਾੜਾ ਮੋਟਾ ਪਾਣੀ ਹੀ ਹੁੰਦਾ ਜੀ, ਠੀਕ ਹੈ ਜੀ। ਤੇ ਬਾਸੀ ਸਾਹਿਬ ਦੂਜੀ ਗੱਲ, ਆਹ ਮੁੰਡੇ ਨਾਲ ਮੇਰੀ ਗੱਲ ਹੋ ਸਕਦੀ ਹੈ ਜੀ? ਹਾਂ ਕੈਰੀ ਔਨ ਜਲਦੀ ਕਰੋ ਜੀ। ਹਾਂਜੀ ਬਾਈ ਜੀ, ਆਪਣਾ ਹੈਲੋ ਤਾਂ ਹੈ ਨੀ ਗਾ ਜੀ ਉਹ। ਤੁਸੀਂ ਗੱਲ ਕਰੋ ਨਾ, ਤਰੇ ਬੋਲੂਗਾ ਨਾ। ਹਾਂਜੀ ਉਹ ਬਾਈ ਜੀ, ਤੁਸੀਂ ਆਪਣਾ ਸੁਵਿਧਾ ਕੇਂਦਰ ਵੱਲੋਂ ਤਾਂ ਬੜੀ ਕੁੱਤੇ ਖਾਣੀ ਹੋਈ ਤੁਹਾਡੇ ਨਾਲ। ਡੁੱਬ ਕੇ ਆਪਣਾ ਕੋਲ ਪਾਣੀ ਪੂਣੀ ਪਿਓ ਜੀ, ਡੁੱਬ ਕੇ ਮਰ ਜਾਓ ਯਾਰ। ਮੇਰੇ ਵਰਗਾ ਆਉਂਦਾ, ਮੈਂ ਆਪਣਾ ਉੱਥੇ ਜੁੱਤੀ ਫੇਰਦਾ ਸਭ ਦੇ। ਤੇ ਨਾਲੇ ਬਾਈ ਜੀ ਆਪਣਾ 700-800 ਬੰਦਾ ਸੱਦਿਆ ਤੁਸੀਂ ਵਿਆਹ ਤੇ, ਕੀ ਗੱਲ ਆਪਣਾ ਪੂਰੇ ਸ਼ਹਿਰ ਹੀ ਸੱਦ ਲਿਆ ਤੁਸੀਂ ਆਪਣਾ ਵਿਆਹ ਤੇ? ਸੁਖਪਾਲ, ਤੁਸੀਂ 700-800 ਬੰਦੇ ਸੱਦਣ ਦੀ ਲੋੜ ਨਹੀਂ ਸਾਨੂੰ, ਐਡਾ ਵੱਡਾ ਵਿਆਹ ਕੀਤਾ ਜਿਹੜਾ। ਸਰ ਅਸੀਂ ਤਾਂ ਆਪਦਾ ਵਿਆਹ ਰੀਤੀ ਰਿਵਾਜ ਨਾਲ ਕੀਤਾ ਹੀ, ਇਹਨਾਂ ਨੇ ਤਾਂ ਕੀ ਕੀਤਾ, ਇਹ ਤਾਂ ਉੱਥੋਂ ਗੁਰਦੁਆਰੇ ਲੜ ਕੇ ਭੱਜ ਕੇ ਗਿਆ ਹੀ ਆਪਦੇ ਸਾਂਢੂ ਨਾਲ ਹੀ। ਅੱਛਾ, ਜਿਹਨੇ ਵਿਚੋਲੇ ਦੇ ਨਾਲ ਰਿਸ਼ਤਾ ਕਰਾਇਆ ਸੀ, ਮਤਲਬ ਵਿਚੋਲੇ ਨੇ, ਤੇ ਉਹਨਾਂ ਲੜ ਪਏ ਇਹ ਕੁਲਵੀਰ ਸਿੰਘ? ਇਹ ਲੜ ਕੇ ਭੱਜ ਕੇ ਆਇਆ ਉਹਦੇ ਨਾਲ ਹੀ। ਲੜੇ ਕਿਉਂ ਆ ਇਹ ਪਤਾ ਨਹੀਂ ਕਾਹਤੋਂ ਲੜੇ, ਇਹਨਾਂ ਨੂੰ ਪਤਾ ਹੀ, ਦੋਨੇ ਆਪਸ ਵਿੱਚ ਲੜ ਕੇ ਇਹ ਪਿੰਡ ਨੂੰ ਆਪਦੀ ਘਰ ਵਾਲੀ ਨੂੰ ਆਂਦਾ ਤੂੰ ਜਾਣਾ ਤੇ ਚੱਲ, ਨਹੀਂ ਤਾਂ ਮੈਂ ਤੈਨੂੰ ਘਰੇ ਨਹੀਂ ਵੜਨ ਦੇਣਾ, ਉਹਨੂੰ ਵੀ ਨਾਲ ਲੈ ਗਿਆ ਆਪਦੇ। ਆਈ ਸੀ, ਇਹ ਮਤਲਬ ਕਿ ਖੂਬ ਤਮਾਸ਼ਾ ਤੁਹਾਡੀ ਸ਼ਾਦੀ ਵਾਲੀ ਰਸਮ ਤੋਂ ਸ਼ੁਰੂ ਹੋ ਗਿਆ ਹੈ। ਹਾਂਜੀ, ਨੰਬਰ 2 ਕਾਲਰ ਪਲੀਜ਼। ਹਾਂਜੀ ਇਸ ਬੰਦੇ ਨੂੰ। ਹਾਂਜੀ, ਇਹ ਕੁਲਵੀਰ ਜੀ, ਤੁਸੀਂ ਆਪਣੀ ਵਾਈਫ ਨਾਲ ਕੋਈ ਲੜਾਈ ਝਗੜਾ ਕੀਤਾ ਵਿਆਹ ਵਾਲੇ ਦਿਨ? ਸਾਡਾ ਤਾਂ ਇੱਕ ਦਿਨ ਵੀ ਇਹ ਕਦੀ ਲੜੀ ਨਹੀਂ। ਤੁਹਾਡਾ ਜਵਾਈ ਕਹਿ ਰਿਹਾ ਲੜੇ ਆ? ਹਾਂਜੀ, ਜਵਾਈ ਤੁਹਾਡਾ ਕਹਿ ਰਿਹਾ ਕਿ ਤੁਸੀਂ ਖੂਬ ਲੜਾਈ ਕੀਤੀ ਆ ਉੱਥੇ ਆਪਣੇ ਸਾਡੂ ਨਾਲ। ਹੁਣ ਕਹੀਏ ਨਾ, ਇਹਨਾਂ ਨੇ ਉੱਥੇ ਬਹੁਤ ਜ਼ਿਆਦਾ ਲੜਾਈ ਕੀਤੀ ਹੈ, ਮੁੰਡੇ ਆ। ਹਾਂਜੀ, ਮੈਂ ਕਹਿੰਦਾ ਨੇ ਇਹਨਾਂ ਨੇ ਉੱਥੇ ਜਾ ਕੇ ਲੜਾਈ ਪਾਈ ਹੈ, ਲੜਾਈ ਆਈ। ਮੈਂ ਲੜਾਈ ਪਾਈ ਸਾਧੂ ਨੂੰ ਕਹਿਣਾ ਕਿ ਦੱਸੋ ਮੇਰੇ ਇੱਕ ਥਾਂ ਰਹਿੰਦੇ ਆ, ਵਰਤਦੇ ਮਿਲਦੇ ਵਰਤੇ, ਫਿਰ ਕਾਹਦੋਂ ਮਿਲਦੇ ਵਰਤਦੇ ਰਹੇ ਇਹ ਲੜੇ ਹੁੰਦੇ ਨਾ। ਪਰ ਹੁਣ ਤੁਸੀਂ ਮਿਲਦੇ ਵਰਤਦੇ ਨਹੀਂ ਹੋ? ਨਹੀਂ, ਜੇ ਮਿਲਦੇ ਵਰਤਦੇ ਅਸੀਂ ਫਿਰ ਕਾਹਦੋਂ ਆਉਂਦੇ ਹੋ? ਆਈ ਸੀ। ਨਹੀਂ, ਹੁਣ ਵਿਆਹ ਹੋ ਕੇ ਹਟਿਆ ਮੁੰਡੇ ਦਾ, ਸਾਰਾ ਟੱਬਰ ਜਾ ਕੇ ਆਏ ਆ। ਨਾਲੇ ਤੁਸੀਂ ਹੁਣ ਕਲੇਮ ਕਰਕੇ ਹਟੇ ਹੋ ਕੁਲਵੀਰ ਜੀ ਕਿ ਤੁਸੀਂ ਬੋਲਦੇ ਨਹੀਂ ਗਏ, ਨਾਲੇ ਕਹਿੰਦੇ ਅਸੀਂ ਵਿਆਹ ਤੇ ਜਾ ਕੇ ਆਏ। ਚੱਕਰ ਕੀ ਹੈ? ਸਾਡਾ ਇਸੇ ਗੱਲ ਤੋਂ ਮੈਂ ਤੂੰ ਫਸਾਇਆ ਵੀ ਉਹਨਾਂ ਨਾਲ ਕਾਹਦੋਂ ਤੂੰ ਗੱਲ ਉਹਨੇ ਕੀਤੀ ਸੀਗੀ ਬਾਅਦ ਚ। ਕੁਲਵੀਰ ਜੀ, ਇੱਕ ਤਾਂ ਤੁਸੀਂ ਮੁੰਡੇ ਵਾਲਿਆਂ ਤੋਂ ਪੈਸੇ 23 ਲੱਖ ਲੈ ਚੁੱਕੇ ਹੋ, ਦੂਜਾ ਜਿਹੜਾ ਹੈ ਖੱਜਲ ਖਰਾਬ ਤੁਸੀਂ ਵੀ ਹੋਰ। ਪਰ ਤੁਸੀਂ ਪੈਸੇ ਕਿਉਂ ਲੈ ਲੜਕੇ ਵਾਲਿਆਂ ਤੋਂ? ਤੁਸੀਂ 23 ਲੱਖ ਰੁਪਏ ਲਿਆ ਕਿਉਂ? ਉਹਨੇ ਵਿੱਚ ਪੈ ਕੇ ਕਹਿੰਦੇ ਨਹੀਂ ਆਪਾਂ ਇਹ ਕਰਨਾ ਹੀ ਕਰਨਾ। ਨੰਬਰ 1 ਕਾਲਰ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ, ਪ੍ਰੋਸੀਡ ਕਰੋ। ਹਾਂਜੀ, ਪਹਿਲਾਂ ਤਾਂ ਮੁੰਡੇ ਵਾਲੇ ਨੂੰ ਪੁੱਛਿਆ ਜਾਣਾ ਕਿ ਜਿਹੜਾ ਇਹ 700-800 ਬਰਾਤ ਚ ਲੈ ਗਏ ਆ, ਕਿ ਉੱਥੇ ਜਿਹੜੀ ਝੋਨਾ ਵੱਢਣਾ ਸੀਗਾ, ਜੇ ਹੁਣ 23 ਲੱਖ ਹੈ, ਜੇ ਜਿਹੜਾ ਨਹੀਂ ਬਣਦੀ ਤਾਂ ਜਿਹੜਾ 23 ਲੱਖ ਹੈ ਉਹਦਾ ਸਮਝੌਤਾ ਹੋਵੇ, 40 ਲੱਖ ਕਾਹਦੇ ਦੇਣੇ ਇਹਨਾਂ ਨੂੰ? ਜਿਹੜੀ ਵਿਆਹ ਦੇ ਖਰਚਾ ਕੀਤਾ, ਆਪਣਾ ਕੀਤਾ, ਉੱਥੇ ਝੋਨਾ ਵੱਢਣ ਗਏ ਸੀਗੇ।
ਸੁਖਪਾਲ ਜੀ, ਜਿਹੜੇ ਵਿਆਹ ਤੇ ਖਰਚਾ ਕੀਤਾ ਤੁਸੀਂ, ਮਹਿਮਾਨ ਆਪਣੇ ਸੱਦੇ ਆ, ਇਹਨਾਂ ਦਾ ਕੋਈ ਨਹੀਂ ਗਾ, ਉਹ ਖਰਚਾ ਤੁਸੀਂ ਐਡ ਕਿਉਂ ਕਰ ਰਹੇ ਹੋ? ਉਹ ਖਰਚਾ ਕੋਈ ਐਡ ਨਹੀਂ ਕੀਤਾ ਜੀ, ਵਿੱਚ ਕੱਲਾ ਨਗਦ ਹੀ ਇਹਨਾਂ ਵਾਲੇ ਖਾਤੇ ਰਾਹੀਂ ਗਏ ਆ, ਕੁਝ ਨਗਦ ਗਏ ਜੀ। 5 ਲੱਖ ਤਾਂ ਇਹਨਾਂ ਨੂੰ ਸਗਨ ਤੇ ਹੀ ਨਗਦ ਦਿੱਤੇ ਹੀ ਕੈਸ਼। ਸਗਨ ਮੁੰਡੇ ਵਾਲੇ ਪਾਉਂਦੇ ਨੇ ਜਾਂ ਕੁੜੀ ਵਾਲੇ ਪਾਉਂਦੇ ਆ? ਸਾਡੇ ਕੋਲ ਸਗਨ ਮੁੰਡੇ ਵਾਲੇ ਦੀ ਟਿਕਟ ਮੈਂ ਕਟਾਈ, ਸ਼ਾਪਿੰਗ ਦਾ ਖਰਚਾ ਮੈਂ ਕੀਤਾ ਜੀ ਸਾਰਾ, ਰੈਂਟ ਹਰ ਮਹੀਨੇ ਮੈਂ ਭੇਜਦਾ ਰਿਹਾ ਜੀ। ਜਦੋਂ ਤੁਸੀਂ ਕੁੜੀ ਕੈਨੇਡਾ ਵਿੱਚ ਰਹੀ ਹੈ 1 ਸਾਲ, ਤੇ ਤੁਹਾਡੀ ਆਪਸ ਵਿੱਚ ਗੱਲਬਾਤ ਫੋਨ ਤੇ ਹੁੰਦੀ ਰਹੀ ਆ? ਹਾਂਜੀ, ਉਦੋਂ ਮੇਥੋਂ ਹਰ ਮਹੀਨੇ 50,000 ਰੁਪਇਆ ਰੈਂਟ ਮੰਗਾਉਂਦੀ ਰਹੀ ਹੈ ਜੀ। ਹਰੇਕ ਮਹੀਨੇ ਤੁਸੀਂ? ਕਹਿੰਦੀ ਮੈਨੂੰ ਕੰਮ ਨਹੀਂ ਮਿਲਦਾ, ਕਿੰਨੇ ਮੈਨੂੰ ਕੈਨੇਡਾ 'ਚ ਕੰਮ ਨਹੀਂ ਮਿਲਦਾ ਜਮਾਂ ਜੀ। ਕਿੰਨੇ ਮਹੀਨੇ ਤੁਸੀਂ ਦਿੰਦੇ ਰਹੇ ਪੈਸਾ ਉਹਨੂੰ? ਅਸੀਂ ਵਿਆਹ ਤੱਕ ਸਾਰੇ ਪੈਸੇ ਵਿਆਹ ਤੱਕ ਦੇ ਹੀ ਗਏ, ਜੋ ਵਿਆਹ ਹੋਇਆ ਨਹੀਂ ਜੀ। ਕਿੰਨਾ ਟੋਟਲ? 1 ਸਾਲ ਤੁਸੀਂ ਰੈਂਟ ਦਿੰਦੇ ਰਹੇ 50,000 ਰੁਪਏ ਇੰਡੀਆ ਦਾ? ਫਿਰ ਵੇਖੋ ਜੀ ਅਸੀਂ ਇਹਦੇ ਪਿਤਾ ਦੀ ਸਟੇਟਮੈਂਟ ਵੇਖੀ ਹੈ ਤੇ ਇਹ ਘਰੇ ਵੀ ਖਾਂਦਾ ਰਿਹਾ ਪੈਸੇ। ਉੱਥੇ ਤਾਂ ਪਤਾ ਨਹੀਂ ਕਿੰਨੇ ਭੇਜੇ, ਨਹੀਂ ਭੇਜੇ, ਘਰੇ ਵੀ ਖਾਂਦਾ ਰਿਹਾ। ਪੈਸੇ ਤੁਸੀਂ ਦਿੰਦੇ ਕਿਹਨੂੰ ਸੀਗੇ? ਡਾਇਰੈਕਟ ਭੇਜਦੇ ਸੀਗੇ ਜਾਂ ਆਪਣੇ ਇਹਨਾਂ ਨੇ ਆਪਣੇ ਸਹੁਰਾ ਸਾਹਿਬ ਦਿੰਦੇ ਸੀ? ਇਹਦੇ ਖਾਤੇ 'ਚ ਗਏ ਜੀ ਸਾਰੇ, ਕੁਲਵੀਰ ਸਿੰਘ ਦੇ। ਕੁਲਵੀਰ ਸਿੰਘ ਤੁਸੀਂ ਪੈਸੇ ਦਿੰਦੇ ਸੀਗੇ, ਇਹ ਗਾਂ ਭੇਜਦੇ ਸੀ ਪੈਸੇ? ਹਾਂਜੀ, ਇਹਨਾਂ ਨੇ ਲੜਕੀ ਦਾ ਤਾਂ ਖਾਤਾ ਹੀ ਨਹੀਂ ਦਿੱਤਾ ਮੈਨੂੰ ਜੀ। ਅੱਛਾ, ਇਹ ਜਿਹੜੇ ਲੜਕੀ ਤੁਹਾਨੂੰ ਫੋਨ ਕਰ ਰਹੀ ਸੀ ਪੈਸੇ ਮੇਰੇ ਡੈਡੀ ਨੂੰ ਦੇ ਕੇ ਆਓ, ਜਾਂ ਡੈਡੀ ਫੋਨ ਕਰ ਰਿਹਾ ਸੀ ਪੈਸੇ ਦੇ ਕੇ ਜਾਓ? ਲੜਕੀ ਫੋਨ ਕਰਦੀ ਸੀ, ਇਹ ਇੱਥੋਂ ਫੋਨ ਕਰਦਾ ਸੀ, ਲੜਕੀ ਮੈਨੂੰ ਫੋਨ ਕਰਦੀ ਸੀ। ਮੈਂ ਮੁੜ ਕੇ ਜੇ ਮੰਨ ਲਓ ਅੱਜ ਰਾਤ ਨੂੰ ਪੈਸੇ ਮੰਗੇ, ਸਵੇਰ ਨੂੰ ਇਹਨਾਂ ਨੂੰ ਪੈਸੇ ਦਿੰਦੇ ਸੀਗੇ। ਕੁਲਵੀਰ ਜੀ, ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇੰਨੇ ਪੈਸੇ ਖਾਦੇ, ਸ਼ਰਮ ਨਹੀਂ ਆ ਰਹੀ ਤੁਹਾਨੂੰ? ਸਰ ਜੀ ਇੱਕ ਮਿੰਟ, ਇਹ ਗੱਲ ਕਹਿੰਦੇ ਨਾ, ਇਹ ਪੈਸੇ ਕਢਾ ਕੇ ਮੇਰਾ ਖਾਤਾ ਜਿਹੜਾ ਮੇਰਾ ਆਰਥਿਕ ਦੇ ਪੈਸੇ ਨੇ ਆਪਦੇ ਉਹ ਕਢਾਉਂਦਾ ਸੀਗਾ। ਮੇਰੇ ਆਰਥਿਕ ਦੇ ਸਟੇਟਮੈਂਟ ਸਾਰੀ ਉਹਦੇ ਕੋਲੇ ਪਈ ਆ ਜੀ। ਸੀ ਕਿ ਜਿੱਦਣ ਸਾਡੇ ਪੈਸੇ ਜਾਂਦੇ ਸੀਗੇ ਐਸਾ ਕਿ ਸਟੇਟਮੈਂਟ ਸਾਰੇ ਪਈ ਆ ਸੀ। ਵੈਰੀ ਸੈਡ ਪਾਰਟ। ਨੰਬਰ 2 ਕਾਲਰ ਪਲੀਜ਼। ਅਰੇ ਸਾਹਿਬ, ਬਾਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਸੀਡ ਕਰੋ ਪਲੀਜ਼। ਜੀ ਸਰ, ਮੈਂ ਨਾ 1 ਮਿੰਟ ਲੈਣਾ ਜੀ। ਪਹਿਲੀ ਗੱਲ ਤਾਂ ਜੀ ਸਰ, ਮੁੰਡੇ ਦੀ ਬਹੁਤ ਬੜੀ ਗਲਤੀ ਹੈਗੀ ਹੈ, ਕਿਉਂਕਿ ਇਹਨੂੰ ਉੱਥੇ ਰਿਸ਼ਤਾ ਕਰਨਾ ਹੀ ਨਹੀਂ ਚਾਹੀਦਾ ਸੀ, ਕਿਉਂਕਿ ਇਹ ਜਿਹੜਾ ਪਰਿਵਾਰਿਕ ਗਲਤ ਹੈ, ਬਹੁਤ ਹੁੱਬ ਕੇ ਦੱਸ ਰਿਹਾ ਕੁੜੀ ਦਾ ਫਾਦਰ ਕਿ ਮੈਂ ਉਹਦਾ ਮੁੰਡਾ ਹੈਗਾ ਜਿਹਨੇ ਜਗਤ ਨਾਲ ਮਾਰਿਆ। ਪਹਿਲੀ ਗੱਲ ਤਾਂ ਕਿਉਂਕਿ ਇਹ ਮੁੰਡੇ ਨੇ ਬਹੁਤ ਬੜੀ ਗਲਤੀ ਕੀਤੀ, ਤੇ ਰਿਸ਼ਤਾ ਕਰਨਾ ਨਹੀਂ ਚਾਹੀਦਾ ਸੀਗਾ। ਬਟ ਮੈਂ ਹਜੇ ਵੀ ਮੁੰਡੇ ਨੂੰ ਸੁਝਾਅ ਦਿੰਦਾ ਕਿ ਆਪਣਾ ਜਿਹੜਾ ਪੈਸਾ ਹੈਗਾ, ਬਾਕੀ ਸਾਹਿਬ ਇਹਨਾਂ ਦੀ ਤੁਹਾਡੇ ਕੋਲ ਰਿਕੁਐਸਟ ਹੈ, ਇਹਦੀ ਮਿਹਨਤ ਕਰਕੇ ਪੈਸੇ ਵਾਪਸ ਕਰਾ ਦਿਓ, ਕਿਉਂਕਿ ਇਹ ਗਾਹਾਂ ਵੀ ਕੰਮ ਖਰਾਬ ਹੋਣਾ, ਕਿਉਂਕਿ ਬੰਦੇ ਖੜੇ ਨਹੀਂ, ਕੁੜੀ ਦਾ ਫਾਦਰ ਹੈਗਾ। ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਥੈਂਕ ਯੂ ਜੀ। ਮਿਹਰਬਾਨੀ ਜੀ। ਨੰਬਰ 3 ਕਾਲਰ ਪਲੀਜ਼ ਪ੍ਰੋਸੀਡ ਕਰੋ। ਹਾਂਜੀ ਬਾਸੀ ਸਾਹਿਬ, ਤੁਹਾਨੂੰ ਸਲੂਟ ਹੈ ਜੀ, ਤੁਸੀਂ ਕੁਝ ਕੁ ਮਿੰਟਾਂ 'ਚ 3 ਸਾਲ ਦੀ ਪੂਰੀ ਸਟੋਰੀ ਸਾਡੇ ਸਾਹਮਣੇ ਕਰਤੀ। ਤੇ ਮੇਰਾ ਕੁਲਵੀਰ ਜੀ ਨੂੰ ਸਵਾਲ ਹੈ। ਕੁਲਵੀਰ ਜੀ, ਬਾਸੀ ਸਾਹਿਬ ਨੇ ਤੁਹਾਨੂੰ ਪੁੱਛਿਆ ਵੀ ਨਾ ਤੁਸੀਂ ਮੁੰਡੇ ਨੂੰ ਬਾਹਰ ਬੁਲਾਉਣਾ ਚਾਹੁੰਦੇ ਹੋ, ਨਾ ਤੁਸੀਂ ਉਹਦੇ ਪੈਸੇ ਮੋੜਨਾ ਚਾਹੁੰਦੇ ਹੋ, ਕੀ ਤੁਸੀਂ ਪੁਲਿਸ ਵਾਲਿਆਂ ਨੂੰ ਵੀ ਇਹੀ ਜਵਾਬ ਦਿੱਤਾ ਸੀ ਜਦੋਂ ਪੁਲਿਸ ਵਾਲਿਆਂ ਨੇ ਤੁਹਾਨੂੰ ਇਹ ਕੁਐਸਚਨ ਪੁੱਛਿਆ ਸੀ? ਇਹ ਨਹੀਂ ਕਿਹਾ ਸੀਗਾ ਯਾਰ ਜੀ ਪੈਸੇ ਨਹੀਂ ਦੇਣੇ, ਮੈਂ ਇੱਕ ਵਾਰ ਵੀ ਨਹੀਂ ਕਿਹਾ। ਅੱਛਾ, ਤੁਸੀਂ ਉਹਨਾਂ ਨੂੰ ਇਦਾਂ ਨਹੀਂ ਕਿਹਾ, ਕਿਉਂਕਿ ਤੁਸੀਂ ਕਹਿੰਦੇ ਹੋ ਤੁਹਾਡੇ ਨਾਲ ਟ੍ਰੀਟਮੈਂਟ ਕਿੱਦਾਂ ਹੋਇਆ, ਲੱਗਦਾ ਵੀ ਤੁਸੀਂ ਇਦਾਂ ਉਹਨਾਂ ਨੂੰ ਵੀ ਜਵਾਬ ਦੇਣਾ। ਚਲੋ ਦੂਜੀ ਗੱਲ, ਜਿਹੜੀ ਤੁਸੀਂ ਕਹਿੰਦੇ ਇਹਨਾਂ ਨੇ ਫਾਈਲ ਲਾਈ ਮੁੰਡੇ ਵਾਲਿਆਂ ਨੇ ਇੰਡੀਆ ਤੋਂ ਫਾਈਲ ਲੱਗੀ ਨਹੀਂ ਲੱਗੀ, ਉਹ $5 'ਚ ਕੇਪ ਨੋਟ 'ਚ ਸਭ ਨਿਕਲੇ ਆਣਾ ਵੀ ਕੀ ਲਿਖਿਆ ਫਾਈਲ 'ਚ। ਹੁਣ ਤੁਹਾਡੀ ਬੇਟੀ ਇੱਥੇ ਆ ਗਈ ਆ, ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ, ਤੁਸੀਂ ਇੱਕ ਬੇਟੀ ਨੂੰ ਆਪਣੀ ਕੈਨੇਡਾ ਬੁਲਾ ਕੇ ਹੁਣ ਤੁਸੀਂ ਬੜੇ ਟੌਰ ਨਾਲ ਕਹਿ ਰਹੇ ਹੋ ਪੈਸੇ ਵੀ ਨਹੀਂ ਦੇਣੇ ਮੁੰਡੇ ਦੇ, ਤੇ ਮੁੰਡੇ ਨੂੰ ਬੁਲਾਉਣਾ ਵੀ ਨਹੀਂ। ਤੁਹਾਨੂੰ ਲੱਗਦਾ ਕਿ ਤੁਹਾਨੂੰ ਪਤਾ ਤੁਹਾਡੇ ਪਿੱਛੇ ਕਿੰਨੇ ਲੀਗਲ ਜੈਨੂਅਨ ਕੇਸ ਨੇ ਜਿਹੜੇ ਅੱਜ ਅਟਕੇ ਪਏ ਨੇ ਦਿੱਲੀ 'ਚ, ਆਹ ਚੀਜ਼ਾਂ ਕਰਕੇ ਬੜੇ ਜੈਨੂਅਨ ਫੈਮਲੀਆਂ ਸਫਰ ਕਰ ਰਹੀਆਂ, ਤੇ ਤੁਸੀਂ ਐਕਸਪੈਕਟ ਕਰਦੇ ਹੋ ਵੀ ਤੁਹਾਡੀ ਕੁੜੀ ਇੱਥੇ ਆ ਕੇ ਕੈਨੇਡਾ ਦੀ ਪ੍ਰਾਈਮ ਮਿਨਿਸਟਰ ਬਣ ਜਾਵੇ ਜੇ ਤੁਸੀਂ ਉਹ ਮੁੰਡੇ ਨਾਲ ਉੱਥੇ ਕੀਤਾ? ਤੁਸੀਂ ਕੀ ਐਕਸਪੈਕਟ ਕਰਦੇ ਹੋ? ਤੁਸੀਂ ਨਾ ਉਹਦੇ ਪੈਸੇ ਦੇਣਾ ਚਾਹੁੰਦੇ ਹੋ। ਬਸ ਇਹਦਾ ਤੁਸੀਂ ਆਪਣੇ ਕਲੋਜ਼ਿੰਗ ਮਾਰਕਸ ਜ਼ਰੂਰ ਦਿਓ ਇਸ ਬਾਰੇ, ਤੁਸੀਂ ਕਹਾਣੀ ਸਾਰੀ ਪੇਸ਼ ਕਰਨੀ ਹੈ ਕਿਹੜਾ ਸਹੀ ਗੱਲ ਹੈ। ਅਸੀਂ ਇਹ ਪੈਸੇ ਨਾ ਰੱਖੇ ਆ, ਨਾ ਹੀ ਮੁਕਰਿਆ ਨਾ ਮੁਕਰਨਾ। ਆਈ ਸੀ। ਹਾਂ, ਨਹੀਂ ਤੁਸੀਂ ਬੇਟੀ ਤੁਹਾਡੀ ਜਦੋਂ ਬਾਹਰ ਆ ਗਈ, ਕਿ ਤੁਸੀਂ ਉਹ 24 ਤਰੀਕ ਨੂੰ ਉਦੋਂ ਏਦਾਂ ਕਿਹਾ ਸੀਗਾ ਕਿ ਨਾ ਅਸੀਂ ਪੈਸੇ ਦੇਵਾਂਗੇ ਨਾ ਮੁੰਡਾ ਬੁਲਾਵਾਂਗੇ? 24 ਤਰੀਕ ਨੂੰ ਇਹ ਗੱਲ ਤੁਸੀਂ ਕਹੀ ਸੀ ਇਹਨਾਂ ਨੂੰ? ਮੈਂ ਬਾਤ ਨਹੀਂ ਕਹੀ। ਨਹੀਂ, ਹੁਣ ਤਾਂ ਤੁਸੀਂ ਬੜਾ ਕਹਿ ਰਹੇ ਹੋ, ਤੁਸੀਂ ਇਹ ਮੁੰਡੇ, ਤੁਸੀਂ ਇਹ ਨਾ ਸੋਚੋ ਕਿ ਤੁਹਾਡੀ ਬੇਟੀ ਅੱਜ ਕੈਨੇਡਾ ਆ ਗਈ ਹੈ ਤੇ ਉਹ ਬਹੁਤ ਟੌਰ ਬਣ ਗਈ ਤੁਹਾਡੀ ਪਿੰਡ 'ਚ ਜਾਂ ਬਹੁਤ ਕੁਝ, ਕਿਉਂਕਿ ਫਾਈਲ ਤਾਂ ਲੱਗਣੀ ਨਹੀਂ ਸੀਗੀ। ਜਦੋਂ ਮੁੰਡੇ ਵਾਲੇ ਤੋਂ ਸਵਾਲ ਪੁੱਛਿਆ ਜਾਣਾ ਸੀਗਾ ਕਿ ਕੁੜੀ ਦੇ ਮੰਮੀ ਡੈਡੀ ਕੌਣ ਨੇ, ਤੁਸੀਂ ਤਾਂ ਉੱਥੇ ਸੀਗੇ ਹੀ ਨਹੀਂ। ਉਹ ਕੁੜੀ ਦੀ ਫੈਮਿਲੀ ਸ਼ੋਅ ਕਰਨੀ ਪੈਂਦੀ ਆ ਐਮਬੈਸੀ 'ਚ, ਮੁੰਡਾ ਤਾਂ ਤੁਹਾਡੀ ਫੈਮਿਲੀ ਨੂੰ ਜਾਣਦਾ ਨਹੀਂ, ਕੇਸ ਤਾਂ ਆਪੇ ਰਿਜੈਕਟ ਹੋਣਾ ਸੀਗਾ, ਕੇਸ ਤਾਂ ਉਹਦਾ ਅਪਰੂਵ ਹੋਣਾ ਹੀ ਨਹੀਂ ਸੀ। ਇਹ ਚੀਜ਼ ਪਿੱਛੇ ਤੁਸੀਂ ਸੋਚਿਆ ਕਿ ਤੁਹਾਡੀ ਕੁੜੀ ਆ ਗਈ ਤੇ ਹੁਣ ਟੌਰ ਹੈ ਕਿ ਸਾਡੀ ਮੁੰਡਾ ਜਾਊਗਾ ਪੈਸੇ ਗਏ, ਇਹ ਤੁਸੀਂ ਸਹੀ ਨਹੀਂ ਕਰ ਰਹੇ। ਅੱਛਾ, ਬਹੁਤ ਫੈਮਲੀਆਂ ਬੈਠੀਆਂ ਜਿਹੜੀਆਂ ਸਫਰ ਕਰ ਰਹੀਆਂ। ਥੈਂਕ ਯੂ ਬਾਸੀ ਸਾਹਿਬ, ਥੈਂਕ ਯੂ।
ਪਰ ਤੁਸੀਂ ਆਪੇ ਸੋਚੋ ਕੁਲਵੀਰ ਜੀ, ਇੱਕ ਧੀ ਨੂੰ ਤੋਰਿਆ ਹੋਵੇ ਤਾਂ 24 ਤਰੀਕ ਨੂੰ ਤੁਸੀਂ ਸਵੇਰ ਨੂੰ ਲੈ ਜਾਵੋ ਤੇ ਲੜਕੇ ਨੂੰ ਬਾਹਰ ਤੁਸੀਂ ਨੂੰ ਛੱਡ ਜਾਵੋ ਤਾਂ 26 27 ਦਿਨਾਂ ਵਿੱਚ ਤੁਸੀਂ ਇੱਕ ਕੁੜੀ ਨੂੰ ਚੜਾ ਦੇਵੋ। ਇਹ ਦਿਸ ਇਜ਼ ਨਾਟ ਫੇਅਰ, ਕਮ ਔਨ, ਇਹ ਫੇਅਰ ਨਹੀਂ ਨਾ। ਤੁਸੀਂ ਮੇਰੀ ਗੱਲ ਇਹ ਟਿਕਟ ਕਰਾਈ ਆ, ਆਪ ਕਰਾਈ ਹੈ ਨਾ ਇਹਨਾਂ ਨੇ ਟਿਕਟ ਨਹੀਂ ਕਰਾਈ ਕੋਈ ਵੀ। ਸੁਖਪਾਲ ਤੁਸੀਂ ਹੋਲਡ ਔਨ ਕੁਲਵੀਰ, ਪਲੀਜ਼ ਸਟਾਪ ਇਟ। ਸੁਖਪਾਲ ਤੁਸੀਂ ਟਿਕਟ ਕਰਾਈ ਹੈ ਜਾਂ ਫਿਰ ਕੁਲਵੀਰ ਕਹਿੰਦਾ ਅਸੀਂ ਕਰਾਈ ਆ? ਸਰ ਟਿਕਟ ਕੁਲਵੀਰ ਸਿੰਘ ਨਾਲ ਸੀਗਾ ਜੀ, ਆਉਣ ਜਾਣ ਦੀ ਟਿਕਟ ਕਟਾਈ ਜੀ। ਜਦੋਂ ਸਾਨੂੰ ਪਤਾ ਲੱਗ ਗਿਆ ਕਿ ਲੜਕੀ ਉੱਥੋਂ ਫਰਾਰ ਹੋ ਗਈ ਸੁਵਿਧਾ ਕੇਂਦਰ ਚੋਂ, ਅਸੀਂ ਟਿਕਟ ਨਾਲ ਦੀ ਨਾਲ ਕੈਨਸਲ ਕਰਾਤੀ ਜੀ। ਤਾਂ ਫਿਰ ਤੁਸੀਂ ਇਹਨਾਂ ਨੇ ਦੁਬਾਰਾ ਟਿਕਟ ਆਪਣੀ ਲੈ ਕੇ ਫਿਰ ਕੁੜੀ ਭੇਜੀ ਆ? ਹਾਂਜੀ, ਜਿਹੜਾ ਅਸੀਂ ਸਿਉਣਾ ਪਾਇਆ ਸੀ ਇਹਨਾਂ ਨੇ ਸਿਉਣਾ ਵੇਚਤਾ ਹੋਣਾ ਤੇ ਟਿਕਟ ਕਟਾ ਲਈ ਹੋਣੀ ਹੈ ਜੀ। This is very sad, but Kalveer, that's not right. Come on, baby. Hey, stop karo nonsense ਚੀਜ਼ਾਂ. That's not right. ਹਾਂਜੀ। ਪਹਿਲਾਂ ਦਿੱਲੀ ਚੜਾਉਣੀ ਸੀਗੀ। I see. Number 3 caller ਹਰਮਨ ਲਾਈਨ ਤੇ ਤੁਸੀਂ ਬੋਲੋ। ਮੈਂ ਅੰਕਲ ਜੀ ਨੂੰ ਪੁੱਛਣਾ ਚਾਹੁੰਦਾ ਕਿ ਅੰਕਲ ਜੀ ਨੂੰ ਸ਼ਰਮ ਨਹੀਂ ਆ ਰਹੀ? ਇਹਨਾਂ ਦੀ ਕਰਕੇ ਕਿੱਡਾ ਵੱਡਾ ਇਮੀਗ੍ਰੇਸ਼ਨ ਦੇ ਵਿੱਚ ਸਾਡੀ ਕਿੱਡੀ ਵੱਡੀ ਹਾਦਕ ਹੋ ਰਹੀ ਆ। ਉਹ ਬਾਈ ਪਹਿਲਾਂ ਜਿਹੜਾ ਬੋਲ ਕੇ ਗਿਆ ਸਹੀ ਬੋਲ ਕੇ ਗਿਆ ਜੀ। ਕਿੰਨੇ ਜੈਨੂਅਨ ਕੇਸ ਅੜੇ ਪਏ ਆ ਇਹ ਲੋਕਾਂ ਦੀ ਕਰਕੇ। ਇਹਨਾਂ ਨੂੰ ਮਾੜੀ ਮੋਟਾ ਵੀ ਅਕਲ ਹੈ ਨਹੀਂ, ਮਾੜੀ ਮੋਟੀ ਵੀ ਅਕਲ ਨੂੰ ਹੱਥ ਮਾਰਨ ਕਿ ਰਿਸ਼ਤਾ ਕਿੱਡੀ ਵੱਡੀ ਚੀਜ਼ ਹੁੰਦੀ ਹੈ ਜੀ। ਤੇ ਕੀ ਖੇਪ ਪਾ ਰਹੇ ਆ ਬਾਸੀ ਸਾਹਿਬ? ਇਹ ਤਾਂ ਸਾਡੇ ਤੁਹਾਡੇ ਵੀ ਖੇਪ ਪਾ ਰਹੇ, ਸਰਖੇਪ ਪਾ ਰਹੇ, ਖੇ ਨਹੀਂ ਸਰਖੇਪ ਪਾ ਰਹੇ ਨੇ, ਉਹੀ ਸਿਰ ਖੇਪ ਪਾ ਰਹੇ ਨੇ। ਕੁਲਵੀਰ ਸਿੰਘ ਦੇ ਵਿਚਾਰ ਜਿਹੜੇ ਨੇ ਆਪਣਾ ਸਰ ਸਾਲੇ ਕਰ ਲਓ, ਸਮਾਜ ਦੇ ਲੋਕੋ ਸਰਖੇ ਸਰ ਚ ਪਾ ਲਓ ਇਹਨਾਂ ਲੋਕਾਂ ਤੋਂ। ਜਿਹੜੇ ਲੋਕ ਜਿਹੜੇ ਨੇ ਇੱਕ ਜ਼ੁਲਮ ਹੈ, ਇਹ ਜ਼ਾਲਮ ਹੈ ਲੋਕ ਜਿਹੜੇ ਨੇ। ਕੁਲਵੀਰ ਟਰਾਈ ਟੂ ਅੰਡਰਸਟੈਂਡ। ਔਰ ਤੁਸੀਂ ਪਹਿਲੀ ਗੱਲ ਤਾਂ ਆਈ ਆਲਰੇਡੀ ਗਾਟ ਪੁਲਿਸ ਇਨਫੋਰਮੇਸ਼ਨ, ਮੇਰੇ ਸਟਾਫ ਨੇ ਤੁਹਾਨੂੰ ਕਿਸੇ ਨੇ ਤੁਹਾਡੀ ਦਾੜੀ ਨੂੰ ਨਹੀਂ ਫੜਿਆ, ਤੁਹਾਨੂੰ ਕਿਸੇ ਨੇ ਕੁੱਟਿਆ ਨਹੀਂ ਹੈ, ਤੁਸੀਂ ਝੂਠ ਬੋਲ ਰਹੇ ਹੋ। ਸਰ ਜੀ ਯੂ ਇਨ ਬਿਗ ਟਰਬਲ। ਨੋ ਨੋ ਨੋ, ਯੂ ਇਨ ਬਿਗ ਟਰਬਲ। ਤੁਸੀਂ ਫਾਸਟ ਸਟੇਟਮੈਂਟ ਦੇ ਰਹੇ ਹੋ। ਨੋ ਨੋ ਨੋ, ਇਹ ਮੈਂ ਤੁਹਾਡੀ ਸਾਰੀ ਰਿਕਾਰਡਿੰਗ ਜਿਹੜੀ ਪੁਲਿਸ ਨੂੰ ਹੈਂਡਓਵਰ ਕਰ ਰਹੇ ਆ ਔਰ ਯੂ ਵਿਲ ਬੀ ਗੈਟ ਮੋਰ ਚਾਰजेस। ਤੁਸੀਂ ਅਗੇਂਸਟ ਜਿਹੜੇ ਪੁਲਿਸ ਤੇ ਬੋਲੇ ਹੋ, ਪੁਲਿਸ ਨੇ ਤੁਹਾਡੀ ਦਾੜੀ ਨੂੰ ਹੱਥ ਨਹੀਂ ਲਾਇਆ, ਤੁਹਾਨੂੰ ਗਿੱਟਿਆਂ ਨੂੰ ਕੁਝ ਨਹੀਂ ਕੀਤਾ ਉਹਨਾਂ ਨੇ। ਦਾੜੀ ਪੱਟੀ, ਦਾੜੀ ਮੇਰੀ ਇਹਨਾਂ ਨੇ ਪੱਟੀ ਹੈ। ਕਮ ਔਨ, ਡੂ ਟੋਲਡ ਮੀ ਜਸਟ ਦੈਟ ਟਾਈਮ। ਤੁਸੀਂ ਮੈਨੂੰ ਦੱਸ ਚੁੱਕੇ ਕਿ ਮੇਰੀ ਤਾਂ ਦਾੜੀ ਪੱਟੀ ਗਈ ਹੈ, ਮੈਨੂੰ ਉਲਟਾ ਲਟਕਾਇਆ ਗਿਆ ਹੈ। ਨੋ 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 ਨੋ, ਯੂ ਟੋਲਡ ਮੀ, ਤੁਸੀਂ ਝੂਠ ਬੋਲੇ ਹੋ। ਮੈਂ ਪੁਲਿਸ ਨਾਲ ਸਟਾਪ। ਕੁਲਵੀਰ ਜੀ ਤੁਸੀਂ ਮੇਰੇ ਸਤਿਕਾਰਯੋਗ ਹੋ। ਫੜਿਆ ਮੈਨੂੰ ਆ ਕੇ। ਆਲਰਾਈਟ, ਸਟਾਪ ਇਟ ਪਲੀਜ਼, ਲਿਸਨ ਟੂ ਮੀ, ਆਈ ਕੈਨ ਬੀ ਗੈਟ ਮੈਡ। ਕੁਲਵੀਰ ਜੀ ਤੁਸੀਂ ਮੈਨੂੰ ਕਹਿ ਚੁੱਕੇ ਪੁਲਿਸ ਨੇ ਤੁਹਾਨੂੰ ਬਿਲਕੁਲ ਨਹੀਂ ਕੁੱਟਿਆ, ਤੁਸੀਂ ਝੂਠ ਬੋਲ ਰਹੇ ਹੋ। ਪੁਲਿਸ ਨੇ ਤੁਹਾਨੂੰ ਹੱਥ ਨਹੀਂ ਲਾਇਆ। ਮੈਂ ਪੁਲਿਸ ਨੂੰ ਜਿਹੜੇ ਕਿਹਾ, ਮੈਂ ਆਇਆ ਵਕੀਲ ਨੂੰ ਦਿੱਤੇ ਸਟੇਟਮੈਂਟ ਦੱਸੀ ਜੇ ਸਾਰਾ ਕੁਝ। ਤੁਸੀਂ ਮੈਨੂੰ ਦੱਸਿਆ ਕਿ ਪੁਲਿਸ ਨੇ ਮੈਨੂੰ ਕੁੱਟਿਆ, ਮੈਨੂੰ ਲੜਕਾਇਆ, ਪੁਲਿਸ ਨੇ ਕਿਹਾ ਮੈਂ ਪੁਲਿਸ ਦਾੜੀ ਮੇਰੀ ਇਹਨਾਂ ਨੇ ਪੱਟੀ ਹੈ ਜੀ। ਇਹਦੇ ਬੰਦਿਆਂ ਦੇ ਨਾਲ ਆ ਕੇ ਇਹਨਾਂ ਨੇ। ਤੁਸੀਂ ਮੇਰੇ ਕੋਲ ਹਾਂਜੀ ਆਪਣੇ ਬੋਲੋ। ਮੈਂ ਨਹੀਂ ਕਿਹਾ ਸਰ ਜੀ, ਤੁਹਾਡੇ ਸਮਝਣ ਚ ਬਾਰੇ ਮੈਂ ਪਹਿਲਾਂ ਤੁਹਾਨੂੰ ਇਹ ਕਿਹਾ, ਮੈਨੂੰ ਇਹਨਾਂ ਨੇ ਖੇਤੋਂ ਆ ਕੇ ਫੜਿਆ, ਮੇਰੀ ਦਾੜੀ ਇਹਨਾਂ ਨੇ ਪੱਟੀ ਆ ਗਈ। ਨੋ, ਇਹ ਗੱਲ ਨਹੀਂ ਤੁਸੀਂ ਕਹੀ। ਆਪਣੇ ਕੀ ਬੋਲੋ, ਕੀ ਕਿਹਾ ਜੀ? ਬਿਲਕੁਲ ਪੁਲਿਸ ਬਾਰੇ ਕਹਿ ਰਹੇ ਸੀ। ਮੈਂ ਪਹਿਲਾਂ ਇਹ ਗੱਲ ਕਹਿ ਚੁੱਕਾ, ਮੇਰੀ ਦਾੜੀ ਇਹਨਾਂ ਨੇ ਪੱਟੀ ਹੈ। ਕੁਲਵੀਰ ਜੀ ਤੁਹਾਡੇ ਤੇ ਇੱਕ ਹੋਰ ਚਾਰਜ ਲੱਗਣਗੇ, ਤੁਸੀਂ ਝੂਠ ਬੋਲੇ ਮੇਰੇ ਕੋਲ। ਆਈ ਹੈਵ ਰਿਕਾਰਡਿੰਗ। ਕਮ ਔਨ ਬੇਬੀ, ਸਟਾਪ ਇਟ। ਨੰਬਰ 4 ਕਾਲਰ ਪਲੀਜ਼। ਬਲੇਮ ਕਰ ਰਹੇ ਪੰਜਾਬ ਪੁਲਿਸ ਤੇ। ਪੰਜਾਬ ਪੁਲਿਸ ਨੇ ਕੋਈ ਹੱਥ ਨਹੀਂ ਲਾਇਆ। ਪੰਜਾਬ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਦੇ ਉੱਪਰ ਤੁਸੀਂ ਝੂਠਾ ਇਲਜ਼ਾਮ ਲਾ ਰਹੇ ਹੋ। ਕੁਲਵੀਰ ਜੀ ਤੁਸੀਂ ਇਹ ਸ਼ਬਦ ਵਾਪਸ ਲਓ ਆਪਣੇ ਕਿ ਮੈਂ ਪੁਲਿਸ ਦੇ ਉੱਪਰ ਝੂਠੇ ਇਲਜ਼ਾਮ ਲਾਏ ਨੇ। ਰਾਈਟ ਵੇ ਕਲੀਅਰ ਕਰੋ ਇਹਨੂੰ। ਹਾਂਜੀ ਕੁਲਵੀਰ ਜੀ ਤੁਸੀਂ, ਕੁਲਵੀਰ ਜੀ ਲਾਈਨ ਤੇ ਹੋ? ਕੁਲਵੀਰ ਜੀ ਚੈੱਕ ਕਰੋ ਕੁਲਵੀਰ ਜੀ ਨੂੰ। ਐਡਾ ਵੱਡਾ ਝੂਠ, ਐਡੇ ਵੱਡੇ ਦੋਸ਼ ਲਾ ਰਹੇ ਪੁਲਿਸ ਤੇ। ਹੁਣ ਕਹਿੰਦੇ ਮੈਂ ਨਹੀਂ ਕਿਹਾ। ਮੈਂ ਚੈੱਕ ਕੀਤਾ ਪੁਲਿਸ ਦੇ ਨਾਲ, ਕੋਈ ਹੱਥ ਨਹੀਂ ਲਾਇਆ ਇਹਨੂੰ, ਕੋਈ ਇਹਦੇ ਕੁਛ ਨਹੀਂ, ਉਹਨਾਂ ਨੇ ਮਤਲਬ ਫਿਜ਼ੀਕਲੀ ਟੱਚ ਨਹੀਂ ਕੀਤਾ। ਇਹ ਝੂਠ ਬੋਲਿਆ ਆ ਔਰ ਇਹ ਤੇ ਚਾਰਜ ਹੋ ਲੱਗਣੇ ਚਾਹੀਦੇ ਆ। ਕੁਲਦੀਪ ਜੀ ਕੀ ਕਹਿਣਾ ਚਾਹੁੰਦੇ? ਮਾਤਾ ਜੀ ਕੀ ਕਹਿਣਾ ਚਾਹੁੰਦੇ? ਬੋਲੋ। ਮੈਂ ਕਹਿੰਦੀ ਆ ਇਹ ਬੰਦੇ ਨੂੰ ਛੱਪੜ ਖੂਹ ਮੂੰਹ ਦੱਬ ਕੇ ਮਰ ਜਾਣ, ਕਿਉਂਕਿ ਆ ਸਿੱਖੀ ਨੂੰ ਦਾਗ ਲਾਤਾ ਤੁਸੀਂ ਸਾਰੀ ਨੂੰ। ਸਾਰਾ ਸਾਡਾ ਕੈਨੇਡਾ ਸਾਡਾ ਨਾਮ ਬਦਨਾਮ ਕਰਤਾ। ਇੱਥੇ ਬਾਕੀ ਕੁੜੀਆਂ, ਤੁਸੀਂ ਕੁੜੀਆਂ ਇਸੇ ਗੱਲ ਪੜਾਉਣੇ ਵੀ ਅਸੀਂ ਆਪਣੇ ਮੁੱਲ ਲੈਣਾ ਉਹਨਾਂ ਦਾ। ਤੁਸੀਂ ਮੁੱਲ ਵੇਚ ਰਹੇ ਕੁੜੀਆਂ ਨੂੰ। ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ? ਸਾਡਾ ਮੇਰਾ ਸਿਰ ਚ ਦੁੱਖ ਆਪੇ ਝੁਕਦਾ ਵੀ ਹੈ। ਇਹੋ ਜਿਹੇ ਬੰਦੇ, ਇਹ ਪੰਜਾਬੀ ਕਹੋਗੇ ਆਪਣੇ ਸਰਦਾਰ, ਇਹ 10ਵੇਂ ਪਾਤਸ਼ਾਹ ਦੇ ਸਿੱਖ ਆ। ਤੁਸੀਂ ਕੀ ਕੀਤਾ? ਸਾਡੀ ਲਾਜ ਸਾਨੂੰ ਲਾਤੀ, ਅਸੀਂ ਇੱਥੇ 60 ਸਾਲ ਬਣਾਉਂਦੇ ਹੋ ਗਏ ਜਿੱਥੇ ਤੁਸੀਂ ਸਾਨੂੰ ਮਿੱਟੀ ਤੇ ਉਹ ਸਭ। ਤੁਸੀਂ ਕੀ ਸਮਝ ਆਇਆ ਕੈਨੇਡੇ ਨੂੰ? ਸਾਡੀਆਂ ਇੱਥੇ ਇੰਨੀਆਂ ਇੱਜ਼ਤਾਂ ਬਣੀਆਂ, ਤੁਸੀਂ ਸਾਨੂੰ ਪਾਣੀ ਪਾਣੀ ਕਰ ਦਿੱਤਾ ਤੁਹਾਡੀਆਂ ਗੱਲਾਂ ਨੇ। ਕੀ ਤੁਸੀਂ ਮੁੱਲ ਵੱਟਦੇ ਧੀਆਂ ਪੁੱਤਾਂ ਨੇ?
ਮਾਤਾ ਤੁਸੀਂ ਇੰਨੇ ਭਾਵਕ ਨਾ ਹੋ, ਤੁਸੀਂ ਰੋਵੋ ਨਾ, ਤੁਸੀਂ ਇਮੋਸ਼ਨਲ ਹੋ ਗਏ ਹੋ। ਵਿਆਹ ਨੂੰ ਤੁਸੀਂ ਕੀ ਸਮਝਦੇ ਮੁੱਲ ਵੇਚਦੇ ਕੁੜੀਆਂ ਤੁਸੀਂ? ਉੱਥੇ ਇਹ ਕੰਮ ਨਾ ਕਰੋ, ਰੱਬ ਦੇ ਵਾਸਤੇ ਹੱਥ ਜੋੜਦੀ ਮੈਂ ਤੁਹਾਡੇ ਮੂਹਰੇ। ਹਾਂ, ਇਹ ਕੁਲਵੀਰ ਬਿਲਕੁਲ ਝੂਠ ਬੋਲ ਰਿਹਾ ਹੈ ਔਰ ਇਹਨੇ ਝੂਠੀਆਂ ਗੱਲਾਂ ਕੀਤੀਆਂ ਵਿਚ ਇਜ਼ ਨਾਟ ਰਾਈਟ ਔਰ ਹੁਣ ਟੋਟਲੀ ਚੇਂਜ ਕਰ ਗਿਆ ਜੀ। ਇਹਨਾਂ ਮੂਹਰੇ ਗੱਲਾਂ ਸੁਣਦੇ ਆਂ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ ਮਾਤਾ ਜੀ, ਸ਼ੁਕਰੀਆ। ਨੰਬਰ 3 ਕਾਲਰ ਸਨੀ ਜੀ, ਮੈਨੂੰ ਦੱਸੋ ਕਿ ਇਹਨੇ ਕਿਹਾ ਨਹੀਂ ਸੀ ਕਿ ਮੈਂ ਪੁਲਿਸ ਨੇ ਮੈਨੂੰ ਕੁੱਟਿਆ ਆ ਮੇਰੀ? ਬਿਲਕੁਲ ਇਹਨਾਂ ਨੇ ਬਾਸੀ ਜੀ, ਇਹਨਾਂ ਨੇ ਸਟੇਟਵੇ ਕਿਹਾ ਸੀ, ਮੈਂ ਸਟੇਟਵੇ ਸੁਣਦਾ ਪਿਆ, ਇਹਨਾਂ ਨੇ ਪਹਿਲੇ ਨੰਬਰ ਤੇ ਕਿਹਾ ਕਿ ਮੈਨੂੰ ਉਹਨਾਂ ਨੇ ਜੀ ਗਿੱਟੇ ਭੰਨੇ ਉਹਨਾਂ ਨੇ, ਬਾਅਦ ਉਹਨਾਂ ਨੇ ਮੈਨੂੰ ਉਲਟਾ ਕਰਕੇ ਦਾੜੀ ਖਿੱਚੀ ਇਹਨਾਂ ਨੇ। ਹਾਂ, ਮੈਨੂੰ ਲਟਕਾਇਆ ਆ। ਮੈਂ ਪੁਲਿਸ ਨੇ ਚੈੱਕ ਕੀਤਾ, ਕਹਿੰਦੇ ਕੋਈ ਕੇਸ ਨਹੀਂ ਸੀ। ਹਾਂਜੀ, ਹੁਣ ਇੱਥੇ ਚਾਰਜ ਜਦੋਂ ਮੈਂ ਕਹਤਾ, ਜਦੋਂ ਮੈਂ ਸੁਣੋਗਾ, ਜਦੋਂ ਮੈਂ ਕਹਤਾ ਤੇ ਚਾਰਜ ਲੱਗਣੇ ਇੱਕ ਹੋਰ ਤੇ ਝੂਠ ਬੋਲਿਆ, ਫਿਰ ਮੁੱਕਰ ਗਿਆ। ਹਾਂਜੀ ਬਿਲਕੁਲ, ਇਹ ਵੀ ਸਰਿਆਂ ਪਤਾ ਲੱਗ ਰਿਹਾ ਜੀ, ਇਹ ਝੂਠੇ ਨੇ ਅੰਕਲ, ਪੂਰੇ ਝੂਠੇ ਨੇ। ਅੰਕਲ ਨਹੀਂ ਕਹਿਣਾ ਚਾਹੀਦਾ, ਬੰਦਾ ਝੂਠਾ ਆ ਤੇ ਇਹਨੂੰ ਚਾਹੀਦਾ ਕਿ ਆਪਣੀ ਕੁੜੀ ਦੀ ਬੋਲੀ ਲਾਣੀ ਚਾਹੀਦੀ ਹੈ। ਬੋਲੀਆਂ ਲਾਉਣ ਜੋ ਕਿ ਹੋ ਗਏ ਨੇ ਅੱਜ ਕੱਲ ਪੰਜਾਬ ਦੇ ਵਿੱਚ। ਬਸ ਜੀ ਸੌਰੀ ਟੂ ਸੇ, ਸਾਰਿਆਂ ਦੇ ਘਰ 'ਚ ਭੈਣਾਂ ਹੁੰਦੀਆਂ, ਮਾਵਾਂ ਹੁੰਦੀਆਂ ਆ, ਮੇਰੇ ਘਰ ਵੀ ਆ, ਤੇ ਮੈਂ ਇਹ ਗੱਲ ਕਹਿ ਰਿਹਾ ਹੁਣ ਨਾ ਬੋਲੀ ਦਾ ਕੰਮ ਸਟਾਰਟ ਹੋ ਗਿਆ। 25 ਲੱਖ ਲਾ ਲਓ, 40 ਲੱਖ ਲਾ ਲਓ, ਕੈਨੇਡਾ ਲੈ ਜਾਓ, ਅਮਰੀਕਾ ਲੈ ਜਾਓ, ਆਸਟ੍ਰੇਲੀਆ ਲੈ ਜਾਓ, ਇਹ ਕੰਮ ਹੋ ਰਿਹਾ ਬਾਸੀ ਸਾਹਿਬ, ਇਹ ਗਲਤ ਹੋ ਰਿਹਾ ਜੋ ਵੀ ਹੋ ਰਿਹਾ। ਇਹ ਅੰਕਲ ਨੂੰ ਚਾਹੀਦਾ ਕਿ ਮੁੰਡੇ ਨੂੰ ਪੈਸੇ ਵਾਪਸ ਕਰਨੇ ਚਾਹੀਦੇ ਆ, ਨਹੀਂ ਕਰ ਸਕਦਾ ਤਾਂ ਜੇਲ੍ਹ 'ਚ ਬੈਠਣ ਤੇ ਧੀ ਨੂੰ ਵੀ ਉੱਥੇ ਲੈ ਕੇ ਜਾਣ ਵਾਪਸ, ਉਹ ਉੱਥੇ ਜਾ ਕੇ ਬਹਿ ਕੇ ਕੋਈ ਆਈ ਨੋ ਪੰਜਾਬੀਆਂ ਨੇ ਨਾਮ ਬਦਨਾਮ ਸ਼ੁਰੂ ਕਰਤਾ ਔਰ 7 ਪੰਜਾਬੀ ਅਕਿਊਜ਼ਡ ਇਨਕਲੂਡਿੰਗ ਸਿਮਰਜੀਤ ਕੌਰ ਹੈਵ ਬੀਨ ਅਰੈਸਟਡ ਡਿਊਰਿੰਗ ਦੀ ਪਾਸਟ 4 days on charges of the thefts, car jacking ਔਰ ਬ੍ਰੈਂਪਟਨ the other cities। ਜੀਟ ਇਲਾਕੇ ਵਿੱਚ ਇੱਕ ਜਸਪ੍ਰੀਤ ਗਿੱਲ ਹੈ 25 ਸਾਲ ਦਾ, ਇੱਕ ਸਿਮਰਜੀਤ ਕੌਰ 20 ਸਾਲ ਦੀ ਆ, were arrested by OPP in Orangeville on multiple charges of breaking into mailbox causing extensive damage। ਇਹ ਨਵੀਂ ਇੱਕ ਨਿਊਜ਼ ਜਿਹੜੀ ਆ ਪਿਛਲੇ ਇਤਵਾਰ। ਮਿਹਰਬਾਨੀ ਜੀ, ਸ਼ੁਕਰੀਆ। ਨੰਬਰ 4 ਕਾਲਰ ਪ੍ਰੋਸੀਡ ਕਰੋ। ਕੁਲਵੀਰ ਜੀ ਫੋਨ ਨਹੀਂ ਚੱਕ ਰਹੀ, ਮੈਂ 10 ਵਾਰੀ ਫੇਰ ਲਾ ਦੱਸੋ ਕਿ ਹੁਣ ਆਪਾਂ ਨੂੰ ਲਿਆਉਣ ਦੀ ਲੋੜ ਨਹੀਂ, ਵੀ ਡੈਡ ਦੀ ਸ਼ੋਅ ਨੂੰ ਬੈਲੈਂਸ ਕਰ ਚੁੱਕੇ ਆ ਆਪਾਂ ਸਾਹਿਬ। ਸੋ ਅਸੀਂ ਨੰਬਰ 4 ਤੇ ਜਾ ਰਹੇ ਹਾਂ। ਨੰਬਰ 4 ਪ੍ਰੋਸੀਡ ਕਰੋ ਪਲੀਜ਼। ਹਾਂਜੀ ਬਾਈ ਸਾਹਿਬ, ਪੁਸ਼ਪਿੰਦਰ ਬੋਲਦਾ ਜੀ ਵਿਨੀਪੈਗ ਤੋਂ। ਇਹ ਮੈਨੂੰ ਲੜਕੀ ਵਾਲੇ ਬਿਲਕੁਲ ਗਲਤ ਹੈ ਜੀ। ਦੇਖੋ ਇਹਨਾਂ ਨੇ ਕੋਈ ਆਪਣਾ ਆਸ ਪੜੋਸ ਵਾਲਾ ਕੋਈ ਨਹੀਂ ਬੁਲਾਇਆ ਜੀ, ਆਪਣਾ ਗਵਾਂਢੀਆਂ ਨੂੰ ਆਪਾਂ ਰਿਸ਼ਤੇਦਾਰ ਤੋਂ ਵੀ ਪਹਿਲਾਂ ਬੁਲਾਉਣੇ ਆ ਜਿਨ੍ਹਾਂ ਨੇ ਦੁੱਖ ਦੇ ਸੁੱਖ ਦੇ ਖੜਨਾ ਹੁੰਦਾ। ਤੇ ਬਾਕੀ ਇਹਨਾਂ ਦਾ ਸਾਰਾ ਮੇਰੇ ਮੁਤਾਬਕ ਸਾਰਾ ਇਹਨਾਂ ਦਾ ਪ੍ਰੀ ਪਲਾਨ ਸੀ, ਤਾਈਓ ਇਹ ਉੱਥੇ ਗਏ ਨਹੀਂ ਹੈਗੇ ਜੀ। ਇਹ ਗਲਤ ਨੇ, ਇਹਨੂੰ ਤੂੰ ਸਮ ਅਪ ਕਰੋ ਜੀ, ਇਹ ਗਲਤ ਨੇ। ਨੰਬਰ 3 ਨੂੰ ਤੁਸੀਂ ਹੈਂਡਲ ਕਰੋ ਸਿੱਧੂ ਸਾਹਿਬ ਪਲੀਜ਼। ਨੰਬਰ 2 ਪਲੀਜ਼। ਹਾਂਜੀ ਭਾਜੀ, ਆਪਣਾ ਪਹਿਲੀ ਗੱਲ ਤਾਂ ਜੀ ਜਿਵੇਂ ਇਹ ਭਾਈ ਸਾਹਿਬ ਜਿਹੜੇ ਕਹਿ ਰਹੇ ਨੇ ਆਪਣਾ ਵੀ ਅਸੀਂ ਕਿਹਨਾਂ ਦੇ ਬੱਚੇ ਆ ਜਾਂ ਕਿਹਨਾਂ ਦੇ ਨਹੀਂ, ਇਹ ਪਹਿਲੀ ਗੱਲ ਤਾਂ ਇਹ ਗਲਤ ਸਟੇਟਮੈਂਟ ਦੇ ਕੇ ਗਏ ਆ, ਇਹ ਸੱਚਾਈ ਨਹੀਂ ਦੱਸੀ। ਦੂਜੀ ਗੱਲ, ਮੈਂ ਇੱਕ ਜਿਹੜੇ ਵੀਰ ਜੀ ਜਿਹੜੇ ਆਪਣਾ ਜਿਨ੍ਹਾਂ ਦੇ ਨਾਲੇ ਧੋਖਾ ਹੋਇਆ ਹੈਗਾ, ਇਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਇਹ ਜਿਹੜੀ ਲੜਕੀ ਹੈਗੀ ਹੈ ਕੀ ਹੈ PR ਹੋ ਗਈ ਕਿ ਨਹੀਂ ਹੋਈ? ਜੇ ਨਹੀਂ ਹੋਈ ਤਾਂ ਤੁਸੀਂ ਉਹਦਾ ਵੀ ਪਰਚਾ ਦਰਜ ਕਰਵਾਓ, ਕਿਉਂਕਿ ਉਹਦੀ PR ਕੈਂਸਲ ਹੋਊਗੀ। ਉਹਦੀ PR ਜੇ ਲੱਗੀ ਹੋਈ ਹੈ ਤਾਂ ਉਹ ਰੁਕੂਗੀ, ਕਮ ਸੇ ਕਮ ਅਗਲੇ ਨੂੰ ਪਤਾ ਤਾਂ ਲੱਗੇ ਵੀ ਇਹ ਜਿਹੜੇ ਧੋਖੇ ਕਰਕੇ ਆਉਂਦੇ ਆ ਪੰਜਾਬ ਦੇ ਵਿੱਚ, ਕਿਉਂਕਿ ਇਹਨਾਂ ਦੇ ਉੱਤੇ ਦਾ ਕੇਸ ਹੋ ਗਿਆ। ਉਹਨਾਂ ਨੇ ਤਾਂ ਹੱਥ ਖੜੇ ਕਰਕੇ ਤੁਹਾਡੇ ਰੇਡੀਓ ਤੇ ਵੀ ਦੱਸਤਾ ਉਹਨਾਂ ਨੇ ਵੀ ਸਾਡੇ ਕੋਲ ਤਾਂ ਜਿਹੜਾ ਖਾਕੀ ਨੰਗ ਹੈ, ਸਾਡੇ ਕੋਲ ਕੁਝ ਨਹੀਂ ਹੈਗਾ ਦੇਣ ਨੂੰ। ਉਹਦਾ ਕੋਰਟ ਦੇ ਵਿੱਚ 2 ਸਾਲ ਹੋਰ ਕੱਟੇ ਆਉਣਗੇ ਜੇਲ੍ਹ ਦੇ ਵਿੱਚ ਜਾ ਕੇ। ਤੇ ਪਰ ਇਸ ਲੜਕੀ ਨੂੰ ਵੀ ਸਭ ਕੁਝ ਸਿਖਾਉਣਾ ਚਾਹੀਦਾ। ਕੱਲ ਨੂੰ ਇਹਨਾਂ ਨੇ ਕੋਈ ਹੋਰ ਪਾਰਟੀ ਲੱਭਣੀ ਹੈ, ਇਸ ਦਾ ਨਾਮ ਲਿਖਾਓ ਪਰਚੇ ਦੇ ਵਿੱਚ। ਜੇ ਲਿਖਾਇਆ ਹੋਇਆ ਤਾਂ ਇਮੀਗ੍ਰੇਸ਼ਨ ਨੂੰ ਉਹ ਈਮੇਲ ਕਰੋ ਜਾਂ ਲੈਟਰ ਭੇਜੋ ਤਾਂ ਜੋ ਉਹਦੀ PR ਰੁਕ ਸਕੇ। ਮੈਂ ਇੰਨੀ ਗੱਲ ਹੀ ਕਹਿਣੀ। ਥੈਂਕ ਯੂ ਜੀ। ਅੱਗੇ ਸੁਖਪਾਲ ਤੁਸੀਂ ਬੇਟਾ ਦੱਸੋ ਕਿ ਤੁਸੀਂ ਪੁਲਿਸ ਨੂੰ ਇਹ ਨਾਂ ਦਿੱਤਾ ਹੋਇਆ ਆਪਣੀ ਵਾਈਫ ਦਾ ਕਿ ਉਹਨ ਵੀ ਫਰਾਡ ਕੀਤਾ? ਹਾਂਜੀ, ਲੜਕੀ ਦੇ ਵੀ 420 ਦਾ ਪਰਚਾ ਹੈ। ਆਈ ਸੀ ਜੀ, ਆਈ ਸੀ, ਕਿਉਂਕਿ ਮੈਂ ਪੁਲਿਸ ਨਾਲ ਚੈੱਕ ਕੀਤਾ ਆ ਰਾਈਟ ਵੇ ਹੈਡਕੁਆਟਰ ਦੇ ਵਿੱਚ ਕਿ ਇਹ ਜਿਹੜਾ ਕੇਸ ਹੈ ਕਿ ਇਹ ਝੂਠ ਬੋਲਿਆ। ਜਦੋਂ ਮੈਂ ਕਿਹਾ ਕਿ ਤੂੰ ਝੂਠ ਬੋਲੇ ਤੇ ਚਾਰਜ ਇੱਕ ਹੋਰ ਲੱਗਣੇ ਆ, ਤਾਂ ਫਿਰ ਰਾਈਟ ਵੇ ਮੁੱਕਰ ਗਿਆ। ਰਾਈਟ ਵੇ ਸਟੋਰੀ ਚੇਂਜ ਕਰ ਲਈ ਜੀ, ਨਹੀਂ ਮੈਨੂੰ ਨਹੀਂ, ਉਹ ਪੁਲਿਸ ਨੇ ਨਹੀਂ ਕੁੱਟਿਆ, ਅਖੇ ਮੈਨੂੰ ਤਾਂ ਇਹਨਾਂ ਨੇ ਆਣ ਕੇ ਕੁੱਟਿਆ। ਇੰਨਾ ਵੱਡਾ ਝੂਠਾ ਬੰਦਾ ਆ। ਹਾਂਜੀ, ਮੇਰੀ ਦਾੜੀ ਪੱਟੀ ਕਹਿੰਦੇ ਨੇ ਪੱਟੀ ਆ। ਸੋ ਇਹ ਝੂਠ ਬੋਲ ਰਿਹਾ ਬੰਦਾ, ਇਹ ਝੂਠਾ ਆ ਬਿਲਕੁਲ। ਔਰ ਇਹ ਵੀ ਇੱਕ ਦੇਖ ਲਓ ਤੁਸੀਂ ਆਪੇ ਸਮਝੋ, ਜਿਹੜੇ ਕੋਈ ਕੁੜੀ ਦਾ ਰਿਸ਼ਤਾ ਕਰਦਾ ਪਿੰਡ ਦੇ ਵਿੱਚ 5-10 ਦਿਨ ਘਰ ਦਾ ਮਾਹੌਲ ਇਹੋ ਜਿਹਾ ਹੁੰਦਾ ਆ, ਆਂਢ ਗੁਆਂਢ ਦਾ ਮਾਹੌਲ ਇਹੋ ਜਿਹਾ ਬਣ ਜਾਂਦਾ ਕਿ ਸਾਡੀ ਮਹੱਲੇ ਦੀ ਧੀ ਨੇ ਹਾਂਜੀ ਉਹਦੀ ਸ਼ਾਦੀ ਹੋਣੀ ਤਾਂ ਅਸੀਂ ਉਸ ਧੀ ਨੂੰ ਤੋਰਨਾ ਆ। ਛੋਟੇ ਭਰਾ ਨੂੰ ਨਹੀਂ ਪਤਾ ਸੀ ਵਿਆਹ ਦਾ। ਆਈ ਅੰਡਰਸਟੈਂਡ ਕਿ ਇਹ ਮਤਲਬ ਇਹਨਾਂ ਨੇ ਸਿਰਫ ਤੁਹਾਡੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਆ। ਇਹਦਾ ਵਿਚੋਲਾ ਇੱਥੇ ਵੀ ਕੇਸ ਤੁਸੀਂ ਦਰਜ ਕਰੋ। ਰਿਆਮ ਸਿੰਘ ਜਿਹੜਾ ਕੋਟ ਕਰੋੜ ਦਾ ਆ, ਇਹਦੇ ਉੱਪਰ ਵੀ ਤੁਸੀਂ ਪਰਚਾ ਦਰਜ ਕਰੋ। ਮੈਂ ਤੁਹਾਨੂੰ ਤੁਸੀਂ ਮੈਨੂੰ ਕਾਲ ਕਰਨਾ। ਔਰ ਤੁਹਾਡਾ ਜ਼ਿਲ੍ਹਾ ਕਿਹੜਾ ਆ? ਫਰੀਦਕੋਟ ਹੈ। ਤੁਸੀਂ ਮੇਰਾ ਸਟਾਫ ਤੁਹਾਨੂੰ ਕਾਲ ਕਰੂਗਾ ਔਰ ਆਈ ਵਿਲ ਇਨਫਾਰਮ ਟੂ ਦੀ ਪੁਲਿਸ ਡਿਪਾਰਟਮੈਂਟ ਕਿ ਇਹਨਾਂ ਤੇ ਚਾਰਜ ਕੀਤਾ ਜਾਵੇ ਕਿ ਫਰਾਡ ਦੇ ਵਿੱਚ ਇਹ ਲੋਕ ਜਿਹੜੇ ਨੇ ਇਹ ਕੰਮ ਕਰਦੇ ਨੇ। ਔਰ ਵਿਚੋਲੇ ਨੂੰ ਵੀ ਤੁਸੀਂ ਮਤਲਬ ਇਹਦੇ ਉੱਪਰ ਵੀ ਪਰਚਾ ਕੱਲ ਨੂੰ ਤੁਸੀਂ ਐਪਲੀਕੇਸ਼ਨ ਦੇ ਕੇ ਆਓ। ਆਈ ਹੈਲਪ ਯੂ ਆਊਟ। ਠੀਕ ਹੈ ਕਿ ਕਾਨੂੰਨ ਜਿਹੜਾ ਹਰ ਵਿਅਕਤੀ ਦੇਖੋ ਜੀ, ਤੁਹਾਡੇ ਲਈ ਵੀ ਮੇਰੇ ਲਈ ਵੀ। ਝੂਠ ਬੋਲਿਆ ਪੁਲਿਸ ਪ੍ਰਤੀ, ਇਹਨੇ ਝੂਠ ਬੋਲਿਆ ਕਿ ਪੁਲਿਸ ਨੇ ਕੁੱਟਿਆ। ਮੈਂ ਕਿਹਾ ਤੁਸੀਂ DGP ਨੂੰ ਦੱਸੋ, ਚੁੱਪ ਕਰ ਗਿਆ। ਸੋ ਦੈਨ ਆਈ ਫਾਈਂਡ ਆਊਟ। ਫਿਰ ਮੈਂ ਰਾਈਟ ਵੇ ਪਤਾ ਕੀਤਾ
ਆਪ ਮੇਰੇ ਸਟਾਫ ਨੇ, ਕਿਉਂਕਿ ਮੈਂ ਤਾਂ ਰੇਡੀਓ ਹੋਸਟ ਕਰ ਰਿਹਾ ਇਸ ਵੇਲੇ, ਮੈਂ ਸਟਾਫ ਨੂੰ ਇੰਡੀਕੇਸ਼ਨ ਦਿੱਤੀ ਆ, ਸੋ ਉਹ ਕਹਿੰਦੇ ਕਿ ਤੁਸੀਂ ਹੱਥ ਵੀ ਲਾਇਆ, ਫਿਰ ਝੂਠ ਬੋਲ ਕੇ ਚੇਂਜ ਕਰ ਗਿਆ ਸਟੋਰੀ। ਨੰਬਰ 6 ਰਾਜ, ਤੁਸੀਂ ਸਟੋਰੀ ਨੇ ਸੁਣਿਆ, ਸਪੀਕ ਯਰ ਮਾਈਂਡ। ਸਤਿ ਸ਼੍ਰੀ ਅਕਾਲ ਬਾਕੀ ਸਾਹਿਬ ਜੀ। ਜੀ ਸਪੀਕ ਯਰ ਮਾਈਂਡ। ਬਾਕੀ ਸਾਹਿਬ ਜੀ, ਪਹਿਲਾਂ ਤਾਂ ਚਲੋ ਮੈਂ ਇੱਕ ਮੁੰਡਿਆਂ ਨੂੰ ਕਹਿਣਾ ਵੀ ਕਾਹਨੂੰ ਤੁਸੀਂ ਇੰਨੇ ਪੈਸੇ ਲਾਉਣੇ, ਤੁਸੀਂ ਆਪ ਪੜੋ ਹਨਾ, ਆਪਣੇ ਬਲਬੁੱਤੇ ਤੇ ਆਓ। ਨੰਬਰ 2 ਹਨਾ, ਜਿਵੇਂ ਹੁਣ ਤੁਸੀਂ ਆ ਕੁਲਵੀਰ ਸਿੰਘ ਦੀ, ਉਹ ਸ਼ਕਲੋਂ ਹੀ ਹਰਾਮੀ ਲੱਗਦਾ ਬੰਦਾ ਹਨਾ। ਮਿਹਰਬਾਨੀ ਜੀ, ਸ਼ੁਕਰੀਆ। ਨੰਬਰ 1 ਕਾਲਰ ਪਲੀਜ਼। ਹੈਲੋ ਹੈਲੋ, ਹਾਂਜੀ ਬਾਦ ਸਾਹਿਬ ਜੀ, ਬੋਲੋ ਸਰ। ਬਸ ਮੈਨੂੰ ਮੁੰਡੇ ਦੇ ਨਾਲ ਮੈਨੂੰ ਸਵਾਲ ਆ, ਇਹਨੇ ਇੰਨਾ ਪੈਸਾ ਖਰਚਿਆ, ਸਾਰਾ ਕੁਝ ਕੀਤਾ, ਇਹਦੇ ਕੋਲ ਰਾਜ ਵੀ ਰਹੀ, ਇਹਦੀ ਬੋਟੀ ਨਹੀਂ ਬਣ ਸਕੀ, ਇੰਗਲੈਂਡ ਵਾਲੇ ਜੱਜ ਨੇ ਕਰਾਰ ਚ ਬਲੈਕ ਪੈਨ ਬਣਾਤੀ ਸੀ ਜੀ। ਨੰਬਰ 2 ਕਾਲਰ ਪਲੀਜ਼। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਤੁਸੀਂ, ਬੋਲੋ। ਮੈਂ ਪਰਮਜੀਤ ਬੋਲ ਰਹੀ ਹਾਂ। ਮੇਰੀ ਲੜਕੇ ਦੇ ਨਾਲ ਪੂਰੀ ਹਮਦਰਦੀ ਹੈ। ਹੁਣ ਲੜਕੀਆਂ ਨੇ ਇਹ ਇੱਕ ਪੇਸ਼ਾ ਬਣਾਇਆ ਹੋਇਆ ਹੈ, ਪੈਸੇ ਦੇ ਨਾਂ ਤੇ ਵਿਆਹ ਕਰ ਲੈਂਦੀਆਂ ਨੇ ਜੀ, ਤੇ ਬਾਅਦ ਚ ਮੁੰਡੇ ਨੂੰ ਧੋਖਾ ਦੇ ਦਿੰਦੀਆਂ। ਦੈਟਸ ਵਾਈ ਜਿਹੜੀ ਮੈਰਿਜ ਹੈ ਉਹ ਲੋਕਾਂ ਦੇ ਵਿੱਚ ਸ਼ੋਅ ਨਹੀਂ ਕਰਦੀਆਂ, ਕਿਉਂਕਿ ਉਹਨਾਂ ਨੇ ਧੋਖਾ ਕਰਨਾ ਹੁੰਦਾ ਹੈ, ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਸ਼ਰਮ ਚਾਹੀਦੀ ਹੈ। ਮੈਂ ਵੀ ਇਸ ਤੋਂ ਪਹਿਲਾਂ ਇੱਕ ਸਟੋਰੀ ਲੈ ਕੇ ਆਈ ਸੀ, ਮੇਰੇ ਨਾਲ ਵੀ ਸੇਮ ਧੋਖਾ ਇਸ ਤਰ੍ਹਾਂ ਦਾ ਹੀ ਹੋਇਆ ਸੀ। ਤੁਹਾਡੇ ਨਾਲ ਵੀ ਹੋਇਆ? ਹਾਂਜੀ, ਮੈਂ ਸਟੋਰੀ ਲੈ ਕੇ ਆ ਚੁੱਕੀ ਹਾਂ ਤੁਹਾਡੇ ਸ਼ੋਅ ਤੇ ਪਹਿਲਾਂ ਹੀ। ਅੱਛਾ, ਮੈਨੂੰ ਯਾਦ ਨਹੀਂ ਹੈ। ਪਰਮਜੀਤ, ਕਿੱਥੋਂ ਬੋਲ ਰਹੇ ਤੁਸੀਂ ਪਰਮਜੀਤ? ਮੈਂ USA ਤੋਂ ਬੋਲ ਰਹੀ ਹਾਂ। ਆਕਾਸ਼ਦੀਪ ਸੀ ਮੇਰੇ ਬੇਟੇ ਦਾ ਨਾਮ। तो वो ਜਿਹੜੀਆਂ ਬੇਟੇ ਦੀ ਇੰਸ਼ੋਰੈਂਸ ਲੈ ਕੇ ਵੀ ਦੌੜ ਗਈਆਂ ਸਾਨੂੰ ਇਮੀਗ੍ਰੇਸ਼ਨ। ਮੈਨੂੰ ਯਾਦ ਹੈ, ਹਾਂ, ਤੁਹਾਡੇ ਬੇਟੇ ਦੇ ਜਿਹੜਾ ਬੱਚੇ ਦੀ ਐਕਸੀਡੈਂਟ ਹੋ ਗਿਆ ਸੀ, ਡੈਥ ਹੋ ਗਈ ਸੀ। ਰਾਈਟ। ਤੁਹਾਡੇ ਇੰਸ਼ੋਰੈਂਸ ਕਲੇਮ ਜਿਹੜਾ ਆ ਉਹ ਤੁਹਾਡੀ ਨੋਹ ਨੇ ਤੇ ਤੁਹਾਡੀ ਕੁੜਮਣੀ ਨੇ ਪੈਸੇ ਜਿਹੜੇ ਨੇ ਉਹ ਹਾਂਜੀ ਖਾ ਲਏ। ਹਾਂਜੀ, ਤੁਹਾਡੀ ਜ਼ਿੰਦਗੀ ਜਿਹੜੀ ਆ, ਇੱਕ ਤਾਂ ਤੁਸੀਂ ਬੱਚਾ ਚਲੇ ਗਿਆ ਤੁਹਾਡਾ, ਤਾਂ ਇੱਕ ਉਹਨਾਂ ਨੇ ਇਮੀਗ੍ਰੇਸ਼ਨ ਲੈ ਲਈ ਤੇ ਦੂਜਾ ਪੈਸੇ ਲੈ ਗਈਆਂ। ਹਾਂਜੀ, ਸੋ ਇਹ ਦੋ ਮੈਂ ਇਸ ਸ਼ੋਅ ਦੇ ਰਾਹੀਂ ਉਹਨਾਂ ਨੂੰ ਇੱਕ ਸੰਦੇਸ਼ ਭੇਜਣਾ ਚਾਹੁੰਦੀ ਹਾਂ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਮੀਗ੍ਰੇਸ਼ਨ ਜੇ ਉੱਥੇ ਸ਼ੋਅ ਹੋ ਜੇ ਇਹ ਫੇਕ ਮੈਰਿਜ ਹੈ, ਹਾਊ ਮਚ ਪੈਨਲਟੀ ਫॉर दैट, ਤੇ ਕਿੰਨੇ ਸਾਲ ਦੀ ਸਜ਼ਾ ਹੁੰਦੀ ਹੈ। ਤੇ ਮੈਂ ਉਹਨਾਂ ਦੀ ਇਮੀਗ੍ਰੇਸ਼ਨ ਦੇ ਵਿੱਚ ਕੰਪਲੇਂਟ ਆਲਰੇਡੀ ਕਰ ਚੁੱਕੀ ਹਾਂ। ਦੇ ਆਰ ਰੈਡੀ ਫॉर ਵੈਰੀ ਗੁੱਡ। ਹਾਂਜੀ, ਸੋ ਅਸੀਂ ਸੁਖਪਾਲ ਤੁਹਾਨੂੰ ਦੇਵਾਂਗੇ ਇੱਕ ਲਿੰਕ ਦੇਵਾਂਗੇ ਔਰ ਤੁਹਾਨੂੰ ਅਸੀਂ ਇੱਕ ਡਰਾਫਟ ਕਰਕੇ ਦੇ ਦੇਵਾਂਗੇ ਐਪਲੀਕੇਸ਼ਨ, ਤੁਸੀਂ ਸਾਈਨ ਕਰਕੇ ਭੇਜ ਦੇਣੀ ਇੱਥੇ ਡਿਪਾਰਟਮੈਂਟ ਨੂੰ, ਕਿਉਂਕਿ ਤੁਸੀਂ ਵਿਕਟਮ ਹੋ ਔਰ ਇਸ ਲੜਕੀ ਦੇ ਅਗੇਂਸਟ ਤੁਸੀਂ ਇੱਥੇ ਐਪਲੀਕੇਸ਼ਨ ਦੇ ਸਕਦੇ ਹੋ ਸਰਕਾਰ ਨੂੰ ਔਰ ਇੱਥੋਂ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਔਰ ਇੱਥੋਂ ਕਿ ਪੁਲਿਸ ਨੂੰ ਦੇ ਸਕਦੇ ਹੋ ਜੀ। ਮਿਹਰਬਾਨੀ। ਕਿਸੇ ਨੂੰ ਪਤਾ ਨਹੀਂ ਸੀ ਕਿ ਉਹਨਾਂ ਨੇ ਮੈਰਿਜ ਕੀਤੀ ਹੈ, ਪਬਲਿਕ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ, ਉਹਨਾਂ ਨੇ ਇੰਨੀ ਸੀਕ੍ਰੇਟ ਰੱਖੀ ਹੋਈ ਸੀ। ਮਿਹਰਬਾਨੀ। ਤੇ ਜੇ ਸੱਚੀ ਮੈਰਿਜ ਸੀ ਤੇ ਲੋਕ ਫਿਰ ਸੀਕ੍ਰੇਟ ਕਿਉਂ ਰੱਖਦੇ ਨੇ? ਇਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਹੈ। ਥੈਂਕ ਯੂ ਸੋ ਮਚ। ਹਾਂਜੀ, ਨੰਬਰ 4 ਕਾਲਰ। ਜੀ ਸਰ, ਗੁੱਡ ਮਾਰਨਿੰਗ ਜੀ। ਜੀ ਮਾਰਨਿੰਗ ਜੀ ਵੀ ਸਰ, ਪਹਿਲੀ ਗੱਲ ਤਾਂ ਇੱਕ ਆਪਣਾ ਵਰਲਡ ਵਾਪਸ ਲੋ ਕਿ ਤੁਸੀਂ ਕਹਿ ਰਹੇ ਕਿ ਇਹ ਸਤਿਕਾਰਯੋਗ ਹੈ ਨਹੀਂ ਜੀ, ਪਹਿਲੀ ਗੱਲ। ਔਰ ਦੂਜੀ ਗੱਲ, ਬਾਕੀ ਸਾਹਿਬ ਇਹ ਬੰਦਾ ਲੁੱਚਾ ਬਦਮਾਸ਼ ਦਾ ਹੀ ਬੰਦਾ ਹੈਗਾ, ਕਿਉਂਕਿ ਇਹ ਦੱਸ ਚੁੱਕਿਆ ਹੈਗਾ ਕਿ ਪਹਿਲਾਂ, ਕਿਉਂਕਿ ਬਸ ਇਦਾਂ ਦੇ ਪਰਿਵਾਰ ਨਾ ਪਹਿਲੇ ਬਲੈਕ ਲਿਸਟ ਹੋ ਜਾਂਦੇ ਹੈਗੇ। ਤੁਹਾਡਾ ਨਾਮ ਕੀ ਹੈ? ਬਸ ਮੇਰਾ ਨਾਮ ਭੂਸ਼ਣ ਹੈ ਜੀ। ਭੂਸ਼ਣ ਜੀ, ਜੇ ਨਾ ਹੁਣ ਤੁਹਾਨੂੰ ਮੈਂ ਕੀ ਦੱਸਾਂ, ਇਹ ਮੇਰੇ ਕੁਛ ਮੇਰੇ ਹੁਣ ਮੈਂ ਤੁਹਾਨੂੰ ਕੀ ਕਹਾਂ, ਨਾਮ ਦੱਸਣਾ ਚਾਹੁੰਦਾ ਕਿ ਜੇ ਮੈਂ ਨਾ ਕਹੂੰਗਾ ਤੇ ਨਾ ਭੱਜ ਜਾਣਾ, ਫੋਨ ਤੋਂ ਭੱਜ ਜਾਂਦੇ ਫਿਰ ਇਹ। तो मैं कुछ ब्लैक लिस्ट हो जाते पहले ही, जो कहना कि पुलिस ने कुटा, बस वो तो टॉर्चर पुलिस कर लेगा, क्योंकि पहले ही ब्लैक लिस्ट। नहीं, पुलिस ने कोई नहीं कुटा, झूठ बोलता है। जब मैं कहता पुलिस ने चार्ज लाने झूठ बोलिया, फिर मुकर गया। राजगिरी सत्कारयोग नहीं कहना ना, तो पिंड च कोई सत्कार, ਤੁਸੀਂ ਕਿਦਾਂ ਕਹਿੰਦੇ ਪਿੰਡ ਚ ਸਤਿਕਾਰ ਹੈ ਹੀ ਨਹੀਂ ਬੰਦੇ ਦਾ। ਤੁਸੀਂ ਗੱਲ ਨਹੀਂ ਸਮਝਦੇ, ਜਦੋਂ ਮੱਝ ਕੇਵਲ ਦੁੱਧ ਨਹੀਂ ਦਿੰਦੀ ਹੈ ਨਾ ਤਾਂ ਉਹਨੂੰ ਇੰਜੈਕਸ਼ਨ ਲਾਉਣਾ ਪੈਂਦਾ, ਜੇ ਮੱਝ ਦਾ ਅਰਲੀ ਏਜ ਕੱਟਾ ਮਰ ਜਵੇ। ਠੀਕ ਹੈ ਸਰ, ਜਾਂ ਫਿਰ ਉਹ ਮੋਰੇ ਖਾਲ, ਜਾਂ ਫਿਰ ਉਹਦੇ ਮੋਰੇ ਕੀ ਹੁੰਦਾ ਉਹ ਕੀ ਕਹਿੰਦੇ ਦਾਣੇ ਜਾਂ ਫਿਰ ਆਟਾ ਵਗੈਰਾ ਮੋਰੇ ਇੱਕ ਜਣ ਲੈ ਕੇ ਬੱਚਾ ਕੱਢਦਾ ਤੇ ਫਿਰ ਮੱਝ ਨੂੰ ਚੋਏ ਜਾਂਦਾ ਨਾ, ਔਰ ਕਈ ਵਾਰ ਹਿੱਲੇ ਨਾ ਬਣਾਉਣਾ ਪੈਂਦਾ। ਚੋਣਾ ਕਿੱਥੋਂ ਫਿਰ ਦੁੱਧ ਨਹੀਂ ਉਤਰਦਾ ਸੀਗਾ। ਸਮਝ ਗਏ ਤੁਸੀਂ? ਤਾਂ ਕੀ ਸਮਝਿਆ ਕਰੋ, ਕਮਨ ਬੇਬੀ। ਸੋ ਟਰਾਈ ਟੂ ਅੰਡਰਸਟੈਂਡ। ਮੇਰਾ ਇੱਕ ਤਰੀਕਾ ਹੈ। ਹਾਂਜੀ, ਯੂ ਆਰ ਦਾ ਬੈਸਟ ਬਾਈ ਸਾਹਿਬ, ਥੈਂਕ ਯੂ। ਸੋ ਹਰ ਚੀਜ਼ ਮੈਂ ਤਾਂ ਪੁੱਛੋ ਨਾ ਹੈ, ਜੇ ਮੇਰੀ ਚੀਜ਼ ਫਿਰ ਲੋਕੀ ਬਾਹਰ ਚੋਰੀ ਕਰ ਲੈਂਦੇ ਨੇ, ਸੋ ਫਿਰ ਉਸ ਤਰ੍ਹਾਂ ਕਰਨਾ। ਜੀ ਆਮ ਸੌਰੀ। ਨੰਬਰ 3 ਕਾਲਰ ਬੋਲੋ, ਪ੍ਰੋਸੀਡ ਕਰੋ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ? ਵੈਰੀ ਬੈਡ ਐਂਡ ਸੈਡ। Oh, I'm sorry to hear that. Sir, मैं एक दो चीजें बस ये कहनी है सी सोल्यूशन मेरे सामने, वैसे मेरी ज्यादा एज नहीं है, I'm under 30, तो मैं सोचती हूँ जो सोल्यूशंस मेरे ख्याल पहला चीज है कि साडे पंजाब दे यूथ नू पढ़ना थोड़ा ज्यादा चाहिए। कि मैनू लगता ਆਪਾਂ ਪੜ੍ਹਾਈ ਦੇ ਬੇਸਿਸ ਤੇ ਜੇ ਆ ਜਾਈਏ ਇੱਥੇ, ਜਿਵੇਂ 40 ਲੱਖ ਕਿਸੇ ਅਨਨੋਨ ਪਰਸਨ ਤੇ ਲਾ ਦਿੰਨੇ ਆ, ਜੇ 15-20 ਲੱਖ ਲਾ ਕੇ ਆਪਣੇ ਤੇ, ਹਰ ਕੋਰਸ ਡਿਫਿਕਲਟ ਨਹੀਂ ਹੁੰਦਾ, ਹਰ ਯੂਨੀਵਰਸਿਟੀ ਚ ਐਡਮਿਸ਼ਨ ਡਿਫਿਕਲਟ ਨਹੀਂ ਹੁੰਦਾ। ਤੁਸੀਂ ਛੋਟੀ ਯੂਨੀਵਰਸਿਟੀ ਚੂਜ਼ ਕਰ ਲਓ ਜਿਹੜਾ ਈਜ਼ੀਲੀ ਐਕਸੈਪਟ ਕਰ ਲੈਂਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ। ਤੁਸੀਂ ਇੱਥੇ ਆਓ,
ਆਪਣੇ ਬਲ ਤੇ ਇੱਥੇ ਅੱਜਕੱਲ ਤਾਂ ਬੱਚੇ ਤੁਹਾਨੂੰ ਪਤਾ ਹੀ ਹੈ ਪੜ੍ਹਦੇ ਹੀ ਆਪਣੇ ਪਾਰਟਨਰਸ ਲੱਭ ਲੈਂਦੇ ਆ ਰਾਈਟ ਤੇ ਅਨਨੋਨ ਬੰਦੇ ਤੇ ਇੰਨਾ ਪੈਸਾ ਲਗਾਣਾ ਆਈ ਡੋਂਟ ਥਿੰਕ ਇਟਸ ਵਰਥ ਇਟ ਬਿਕਾਜ਼ ਇੰਨਾ ਪੈਸਾ ਜੇ ਤੁਸੀਂ ਇਨਵੈਸਟ ਕਰੋ ਸਟਾਕ ਮਾਰਕੀਟ ਵਿੱਚ ਤੇ ਕਰੋੜੋਪਤੀ ਬਣ ਜਾਓਗੇ ਰਾਈਟ ਤੇ ਆਈ ਥਿੰਕ ਫਰਸਟ ਸੋਲੂਸ਼ਨ ਇਜ਼ ਕਿ ਤੁਹਾਨੂੰ ਐਜੂਕੇਸ਼ਨ ਮੁੰਡਿਆਂ ਨੂੰ ਜ਼ਿਆਦਾ ਐਜੂਕੇਸ਼ਨ ਲੈ ਕੇ ਜ਼ਿਆਦਾ ਦਿਨ ਕਿਸੇ ਕੁੜੀ ਤੇ ਲਾਓ ਆਪਣੀ ਐਜੂਕੇਸ਼ਨ ਤੇ ਲਾਓ ਫਾਈਨ ਤੁਸੀਂ ਦੱਸੋ ਕਿ ਆਈ ਅੰਡਰਸਟੈਂਡ ਕਿ ਇਹ ਜਿਹੜੀ ਸਟੋਰੀ ਦੇ ਵਿੱਚ ਤੁਹਾਨੂੰ ਸੱਚਾ ਝੂਠਾ ਕੌਣ ਲੱਗਾ ਦੈਟਸ ਆਲ ਆਈ ਥਿੰਕ ਮੁੰਡਾ ਹੀ ਲੱਗ ਰਿਹਾ ਹੈ ਮੁੰਡਾ ਝੂਠਾ ਨਹੀਂ ਸੱਚਾ ਸੱਚਾ ਵੈਰੀ ਗੁੱਡ ਨੰਬਰ 4 ਕਾਲਰ ਪਲੀਜ਼ ਨੰਬਰ 4 ਕਾਲਰ ਲਾਈਨ ਤੇ ਹੋ ਹਾਂਜੀ ਬਾਸੀ ਸਾਹਿਬ ਜੀ ਪ੍ਰੋਸੀਡ ਕਰੋ ਸਰ ਹਾਂਜੀ ਬਾਸੀ ਸਾਹਿਬ ਕੁੜੀ ਦਾ ਜਿਹੜਾ ਪਿਓ ਹੈ ਬਿਲਕੁਲ ਝੂਠ ਬੋਲ ਰਿਹਾ ਕਿਉਂਕਿ ਇਹਨੇ ਪਹਿਲਾਂ ਕਿਹਾ ਹੈਗਾ ਕਿ ਜਿਹੜਾ ASI ਲੇਡੀਜ਼ ਦੇ ਉਹਨੇ 2 ਬੰਦੇ ਕਰਾ ਕੇ ਤੇ ਮੈਨੂੰ ਕੁੱਟਿਆ ਨਾ ਹੁਣ ਇਹ ਸ਼ਰੇਆਮ ਇਹ ਹੁਣ ਸ਼ਰੇਆਮ ਝੂਠ ਬੋਲਦਾ ਪਿਆ ਹੈ ਕਿ ਮੈਨੂੰ ਮੁੰਡੇ ਵਾਲੇ ਨੇ ਕੁੱਟਿਆ ਨਾ ਨਹੀਂ ਜਦੋਂ ਮੈਂ ਕਿਹਾ ਕਿ ਮੈਂ ਪਤਾ ਕੀਤਾ ਪੁਲਿਸ ਤੋਂ ਮੇਰੇ ਸਟਾਫ ਨੇ ਮੈਂ ਕਿਹਾ ਫੋਨ ਕਰਕੇ ਚੈੱਕ ਕਰੋ ਵੈਸੇ ਅਸੀਂ ਸਾਡੇ ਕੋਲ ਸਿਸਟਮ ਚੈੱਕ ਕਰਨਾ ਕਿਉਂਕਿ ਅਸੀਂ ਪੰਜਾਬ ਪੁਲਿਸ ਹੈਲਪਲਾਈਨ ਰਨ ਕਰਦੇ ਹਾਂ ਲੰਬੇ ਸਮੇਂ ਤੋਂ ਵੀ ਨੋ ਹਾਊ ਟੂ ਟੈਕਲ ਸੋ ਜੇ ਪੁੱਛਿਆ ਮੈਂ ਕਿਹਾ ਤੇਰੇ ਚਾਰਜ ਲੱਗਣੇ ਝੂਠ ਬੋਲੇ ਮੈਂ ਨਾ ਉਸ ਵੇਲੇ ਰਾਈਟ ਮੁੱਕਰ ਗਿਆ ਜਦੋਂ ਮੈਂ ਕਿਹਾ ਨਾ ਕਿ ਤੇ ਚਾਰਜ ਲੱਗਣੇ ਝੂਠ ਬੋਲਿਆ ਪੁਲਿਸ ਨੇ ਕੁੱਟਿਆ ਕੋਈ ਕੁੱਟਿਆ ਨਹੀਂ ਆ ਫਿਰ ਮੁੱਕਰ ਗਿਆ ਜੇ ਇਹ ਚੀਜ਼ ਮੁੱਕਰ ਸਕਦਾ ਤੇ ਹੋਰ ਗੱਲਾਂ ਕਿੰਨੀ ਝੂਠੇ ਕਹਿੰਦਾ ਹੋਊਗਾ ਬੰਦਾ ਇਹ ਬਾਸੀ ਸਾਹਿਬ ਦੇਖੋ ਇੱਥੇ ਨਿਆਣਾ ਤਾਂ ਕੋਈ ਵੀ ਨਹੀਂ ਹੈਗਾ ਸਾਰੇ ਬੈਠੇ ਨੇ ਸਿਆਣੇ ਬੈਠੇ ਸਾਰਿਆਂ ਨੇ ਸ਼ਰੇਆਮ ਲੱਗਦਾ ਪਿਆ ਵੀ ਝੂਠ ਬੋਲਦਾ ਪਿਆ ਨਾ ਦੂਜੀ ਗੱਲ ਬਾਸੀ ਸਾਹਿਬ ਮੇਰਾ ਫਰੈਂਡ ਹੈਗਾ ਆਪਣਾ ਅਮਰੀਕਾ ਤੂੰ ਤੇ ਤੁਹਾਡਾ ਬੜਾ ਸ਼ੋਅ ਲਾਈਕ ਕਰਦਾ ਤੁਹਾਡਾ ਤੇ ਇੱਕ ਵਾਰੀ ਉਹਨੂੰ ਕਹਿ ਦੋ ਉਸਤਾਦ ਜੀ ਕਮ ਔਨ ਬੇਬੀ ਉਸਤਾਦ ਥੋੜਾ ਕਹਿ ਸਕਦਾ ਉਹਨੂੰ ਨਹੀਂ ਸਾਡਾ ਉਸਤਾਦ ਹੈਗਾ ਨਾ ਚਲੋ ਸਾਡੇ ਅਸੀਂ ਪਿਆਰ ਨਾਲ ਕਹਿੰਦੇ ਉਹਨੂੰ ਹੁਣ ਤੁਸੀਂ ਦੱਸੋ ਮੈਨੂੰ ਮੈਂ ਕਮਨ ਬੇਬੀ ਕਮਾ ਜਾਂ ਸਟੀਰੋਇਡ ਸੀਰੀਅਸ ਇਹਨੂੰ ਹੱਲ ਕਰਾਂ ਦੱਸੋ ਯੂ ਟੈਲ ਮੀ ਕਮ ਬੇਬੀ Come on, baby. Thank you so much. Come on, baby. So I don't understand कि come on, baby मेरा ट्रेड है और I understand कि सीरियस होया करो सीरियस काम ले मेहरबानी जी कॉलेज गो हेड जी सत श्री अकाल जी हाँ जी सत श्री अकाल जी प्रोसीड करो ये जनानी की गासी है मेहरबानी जी नंबर 2 कॉलर प्लीज हेलो हाँ जी नंबर 2 कॉलर बोलो बस सत श्री अकाल जी ਬਾਸੀ ਸਾਹਿਬ ਮੈਂ ਕੁਲਵੀਰ ਨੂੰ ਚੰਗੀ ਤਰ੍ਹਾਂ ਜਾਣਦਾ ਜੀ ਜਦੋਂ ਇਹਨੂੰ ਕੁਲਵੀਰ ਨੂੰ ਪੁੱਛੋ ਵੀ ਖਾਤੇ 'ਚ ਪੈਸੇ ਪਾਉਂਦਾ ਰਿਹਾ ਇਹ ਜਿਵੇਂ ਮੰਨ ਲਓ ਕੁੜੀ ਨੂੰ ਚਾਹੀਦਾ 50,000 ਇਹ ਲੱਖ ਰੁਪਇਆ ਪਾਉਂਦਾ ਰਿਹਾ ਮੁੰਡੇ ਵਾਲਿਆਂ ਤੋਂ ਠੀਕ ਆ ਇਹ ਜਿਹੜਾ ਕਹਿੰਦਾ ਵੀ ਮੈਨੂੰ ਮੁੰਡੇ ਵਾਲਿਆਂ ਨੇ ਕੁੱਟਿਆ ਇਹ ਜਮਾਂ ਝੂਠ ਆ ਕਿਉਂਕਿ ਮੈਂ ਮੁੰਡੇ ਵਾਲਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕੁਲਵੀਰ ਮੁੰਡਿਆਂ ਦਾ ਮੈਂ ਰਿਸ਼ਤੇਦਾਰ ਆ ਮੈਂ ਇੱਥੇ ਆ ਟੋਰਾਂਟੋ ਦੇ ਵਿੱਚ ਮੈਨੂੰ ਕੁੜੀ ਜਦੋਂ ਮੈਂ ਆਇਆ ਮੈਨੂੰ ਕੁੜੀ ਮਿਲੀ ਕੁੜੀ ਨੇ ਮੈਨੂੰ ਦੇਖ ਕੇ ਇਗਨੋਰ ਮਾਰਿਆ ਵੀ ਹੁਣ ਮੈਂ ਪੈਸੇ ਲੈ ਲਏ ਹੁਣ ਮੈਂ ਇਹਨਾਂ ਤੋਂ ਕੀ ਕਰਾਉਣਾ ਕੁੜੀ ਤੂੰ ਜਾਣਦੇ ਕੁੜੀ ਨੂੰ ਜਾਣਦੇ ਹੋ ਮੈਂ ਕੁੜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਬਾਗੇ ਪੁਰਾਣੇ ਰੈਗ ਸਰਮਣੀ ਹੋਈ ਆ ਜੋ ਹੋਇਆ ਸਾਰਾ ਕੁਝ ਮੈਨੂੰ ਪਤਾ ਠੀਕ ਆ ਮੈਂ ਉੱਥੇ ਸੀਗਾ ਉਦੋਂ ਤੁਸੀਂ ਸ਼ਾਦੀ ਵੇਲੇ ਸੀਗੇ ਉੱਥੇ ਮੈਂ ਸ਼ਾਦੀ ਵੇਲੇ ਨਹੀਂ ਉੱਥੇ ਸੀਗਾ ਮੈਂ ਰਿੰਗ ਸਰਮਣੀ ਮੌਕੇ ਉੱਥੇ ਸੀ ਸ਼ਾਦੀ ਮੌਕੇ ਮੈਂ ਇੱਥੇ ਸੀ ਤੁਸੀਂ ਮੁੰਡੇ ਨੂੰ ਜਾਣਦੇ ਹੋ ਮੈਂ ਮੁੰਡਾ ਮੇਰੇ ਚਾਚੇ ਦਾ ਮੁੰਡਾ ਸੁਖਪਾਲ ਕੌਣ ਹੈ ਇਹ ਕੀ ਨਾਂ ਇਹਨਾਂ ਦਾ ਖੁਸ਼ਕਰਨ ਹੈ ਖੁਸ਼ਪ੍ਰੀਤ ਜਟਾਣਾ ਹੀ ਜਟਾਣਾ ਸਾਹਿਬ ਜਟਾਣਾ ਹੀ ਮਿਸਟਰ ਜਟਾਣਾ ਬੋਲ ਰਹੇ ਹੋ ਹਾਂਜੀ ਹਾਂਜੀ ਅੱਛਾ ਨੰਬਰ 2 ਕਾਲਰ ਬੋਲੋ ਇਹ ਜਿਹੜਾ ਕੁਲਬੀਰ ਆ ਬਿਲਕੁਲ ਝੂਠਾ ਇਹਨੇ ਘੱਟੋ ਘੱਟ ਵੀ 40 ਤੋਂ 50 ਲੱਖ ਰੁਪਇਆ ਮੁੰਡਿਆਂ ਦਾ ਲਵਾਇਆ ਇਸ ਟਾਈਮ ਇਹ ਜਮਾ ਹੀ ਮੁੱਕਰ ਗਿਆ ਪਹਿਲਾਂ ਵਿਆਹ ਤੋਂ ਮੁੱਕਰਦਾ ਸੀਗਾ ਚਲੋ ਵਿਆਹ ਕਰਾਇਆ ਸਾਰਾ ਕੁਝ ਕੁੜੀ ਕਿੱਥੇ ਹੈ ਵੈਸੇ ਅਸ਼ਮਨਦੀਪ ਕੌਰ ਕਿੱਥੇ ਰਹਿੰਦੇ ਨੇ ਇਹ ਰਹਿੰਦੇ ਆ ਜੀ ਇਹਦਾ ਸ਼ਹਿਰ ਸੀਗਾ ਮੇਬੀ ਆਹ ਇਧਰ ਆਪਣੇ ਸੜਬਰੀ ਵਾਲੀ ਸ਼ਹਿਰ ਸੀ ਉੱਥੇ ਕਾਲਜ ਸੀ ਇਹਦਾ ਉਸ ਤੋਂ ਬਾਅਦ ਨਹੀਂ ਮੈਨੂੰ ਪਤਾ ਇੱਕ ਵਾਰੀ ਮੈਨੂੰ ਇੱਥੇ ਮਿਲੀ ਆ ਗੇਟਵੇ ਟਰਮੀਨਲ ਤੇ ਆਪਣੇ ਜਦੋਂ ਮੈਂ ਆਇਆ ਮੈਨੂੰ ਦੇਖ ਕੇ ਇਹਨੇ ਇਗਨੋਰ ਮਾਰਿਆ ਵੀ ਮੈਂ ਤਾਂ ਜਾਣਦੀ ਤੁਸੀਂ ਇਹ ਕੁੜੀ ਨੂੰ ਦੇਖਿਆ ਹੋਇਆ ਪਹਿਲਾਂ ਇੰਡੀਆ ਵਿੱਚ ਅੱਛਾ ਤੁਸੀਂ ਰਿੰਗ ਸੈਰਮਨੀ ਤੇ ਦੇਖਿਆ ਸੀ ਇਹਨੂੰ ਮੈਂ ਦੇਖਿਆ ਰਿੰਗ ਸੈਰਮਨੀ ਤੇ ਦੇਖਿਆ ਸੁਖਪ੍ਰੀਤ ਮੇਰੇ ਚਾਚੇ ਦਾ ਮੁੰਡਾ ਓ ਮਾਈ ਗॉड ਕਮ ਔਨ ਬੇਬੀ ਦਿਸ ਇਜ਼ ਵੈਰੀ ਸੈਡ ਪਾਰਟ ਇਹ ਸੁੱਖ ਜਿਹੜੀ ਸੁੱਖ ਮੰਗਦੇ ਆ ਬਟ ਅਸੀਂ ਕੁਝ ਕਰ ਨਹੀਂ ਸਕਦੇ ਪਰ ਇੱਕੋ ਕਰ ਸਕਦੇ ਆ ਕਿ ਇਹ ਕੰਪਲੇਂਟ ਕਿਵੇਂ ਕਰਨੀ ਆ ਤੁਹਾਡਾ ਨਾਮ ਕੀ ਹੈ ਨੰਬਰ 2 ਕਾਲਰ ਖੁਸ਼ਕਰਨ ਜਟਾਣਾ ਤੁਸੀਂ ਕਾਲ ਕਰਨਾ ਮੇਰੇ ਆਫਿਸ ਨੂੰ ਅਸੀਂ ਤੁਹਾਨੂੰ ਦੱਸਦੇ ਇੱਕ ਤੁਸੀਂ ਐਪਲੀਕੇਸ਼ਨ ਦੇਣੀ ਹੈ ਤੁਹਾਨੂੰ ਉਹ ਇਹਨਾਂ ਨੂੰ ਆਪਣੀ ਕਜ਼ਨ ਨੂੰ ਦੱਸੋ ਕਿ ਸਾਈਨ ਕਰਕੇ ਭੇਜ ਦੇਵੇ ਪੁਲਿਸ ਨੂੰ ਤੇ ਆਪਣੇ CBSA ਨੂੰ ਔਰ ਤਾਂ ਕਿ ਇਹ ਇਮੀਗ੍ਰੇਸ਼ਨ ਵਾਲੇ ਇੱਥੇ ਗੌਰ ਫਰਮਾਉਣ ਕਿ ਇੱਕ ਫਰਾਡ ਹੈ ਠੀਕ ਹੈ ਓਕੇ ਇਹ ਬਸ ਸਾਹਿਬ ਜਮਾ ਕੁੜੀ ਵਾਲੇ 100% ਝੂਠੇ ਕੁੜੀ ਆਈ ਗॉट ਯੂਰ ਪੁਆਇੰਟ ਥੈਂਕ ਯੂ ਸੋ ਮਚ ਡੀਅਰ ਮੈਂ ਕਮਰਸ਼ੀਅਲ ਦੇਖ ਰਿਹਾ ਐਮਰਜੈਂਸੀ ਵਿੱਚ ਔਰ ਕੋਈ ਇੱਕ ਸਾਨੂੰ ਐਮਰਜੈਂਸੀ ਅਲਰਟ ਹੋਈ ਮੇਰੇ ਸਟੂਡੀਓ ਵਿੱਚ ਕੋਈ ਖਬਰ ਹੈ
ਉਸ ਦੀ ਵੈਰੀਫਾਈ ਕਰਨੀ ਚਾਹੁੰਦੇ ਜੁੜੇ ਰਹੋ ਪ੍ਰੋਗਰਾਮ ਨਾਲ। ਔਰ ਸੁਖਪਾਲ ਲਾਈਨ ਤੇ ਰਹਿਣਾ ਤੁਸੀਂ। ਅਟਲਾਂਟਿਕ ਇਮੀਗ੍ਰੇਸ਼ਨ ਪਾਲ ਸਿੰਘ ਗਿੱਲ ਨੇ ਔਰ ਬਲਵੀਰ ਸਿੰਘ ਤੇ ਬਲਜੀਤ ਕੌਰ ਦੇ ਸੁਪੁੱਤਰ। ਇਹ ਨੌਜਵਾਨ ਲੜਕੇ ਦਾ ਪਿੰਡ ਹੈ ਲੋਕ ਸਰਕਾਰੀ ਤਹਿਸੀਲ ਫਰੀਦਕੋਟ ਅਤੇ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ। ਇਹ ਕੌਣੀ ਪਿੰਡ ਅਤੇ ਸਾਦਕ ਸ਼ਹਿਰ ਦੇ ਬਿਲਕੁਲ ਕਲੋਜ਼ ਪੈਂਦਾ ਪਿੰਡ। ਔਰ ਇਹਨਾਂ ਦੀ ਸ਼ਾਦੀ ਜਿਹੜੀ ਹੈ ਉਹ 2018 ਵਿੱਚ ਹੁੰਦੀ ਹੈ ਅਸ਼ਵਨਦੀਪ ਕੌਰ ਦੇ ਨਾਲ। ਰੁੱਡੇ ਪਿੰਡ ਹੈ ਜਿਹੜਾ ਬਾਗੇ ਪੁਰਾਣੇ ਦੇ ਕੋਲ ਜ਼ਿਲ੍ਹਾ ਮੋਗੀ ਵਿੱਚ ਕੁਲਵੀਰ ਦੀ ਲੜਕੀ ਨਾਲ। ਕੁਲਵੀਰ ਲਾਈਨ 'ਚ ਆਇਆ ਤੇ ਲਾਈਨ ਕੱਟ ਗਏ। ਕੁਲਵੀਰ ਨੇ ਇੱਕ ਤੋਂ ਵੱਧ ਝੂਠ ਬੋਲੇ ਨੇ ਔਰ ਜਿਹੜੇ ਕਿ ਸਾਡੇ ਜਿਹੜੇ ਦਰਸ਼ਕ ਨੇ ਤੇ ਸੁਣਨ ਵਾਲੇ ਸੋਤੇ ਨੇ ਉਹਨਾਂ ਨੇ ਇਹ ਖੁਦ ਆਪ ਉਹਨਾਂ ਦੀ ਜੱਜਮੈਂਟ ਹੈ ਕਿ ਮੇਰੀ ਜੱਜਮੈਂਟ ਸੀਗੀ ਅਸੀਂ ਪੁਲਿਸ ਤੋਂ ਪੁੱਛ ਰਾਈਟ ਵੇ ਕੇ ਇਹਨਾਂ ਨੂੰ ਕੁੱਟਿਆ ਜਾਂ ਕੀ ਹੋਇਆ ਤੇ ਝੂਠ ਸੀ। ਜਦੋਂ ਪੁੱਛਿਆ ਕਿ ਤੁਹਾਡੇ ਤੇ ਇੱਕ ਚਾਰਜ ਹੋਰ ਲੱਗਣੇ, ਇੱਕ ਤੋਂ ਝੂਠ ਬੋਲੇ ਪੁਲਿਸ ਨੇ ਤੁਹਾਨੂੰ ਹੱਥ ਨਹੀਂ ਲਾਇਆ ਤੇ ਫਿਰ ਰਾਈਟ ਵੇ ਆਪਣੀ ਸਟੋਰੀ ਨੂੰ ਚੇਂਜ ਕਰਕੇ ਜਦੋਂ ਮੈਂ ਕਿਹਾ ਤੁਹਾਡੇ ਤੇ ਇੱਕ ਹੋਰ ਚਾਰਜ ਲੱਗ ਜਾਣਾ ਕਿ ਤੁਸੀਂ ਝੂਠਿਆ ਦੋਸ਼ ਲਾਇਆ ਪੁਲਿਸ ਤੇ ਔਰ ਪੰਜਾਬ ਪੁਲਿਸ ਨੇ ਤੁਹਾਨੂੰ ਕੋਈ ਵੀ ਫਿਜ਼ੀਕਲ ਤੌਰ ਤੇ ਟੱਚ ਨਹੀਂ ਕੀਤਾ, ਕਾਨੂੰਨੀ ਕਾਰਵਾਈ ਕੀਤੀ ਹੈ। ਤੁਸੀਂ ਦੇਖ ਲਓ ਕਿ ਇਸ ਤਰ੍ਹਾਂ ਲੋਕ ਜਿਹੜੇ ਨੇ ਕਈ ਵਾਰੀ ਵੱਖ ਅਥਾਰਟੀ ਨੂੰ ਬਦਨਾਮ ਕਰਦੇ ਨੇ। ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਿਹੜਾ ਕਿ ਗਲਤ ਸੀਗਾ ਔਰ ਉਸ ਤੋਂ ਬਾਅਦ ਇਹਨੇ ਇੱਕ ਸਿਸਟਮ ਨੂੰ ਮਿਸਯੂਜ਼ ਕੀਤਾ, ਕੈਨੇਡਾ ਭੇਜਿਆ ਲੜਕੀ ਨੂੰ ਔਰ ਇਹਨਾਂ ਦੇ ਨਾਲ ਇੱਕ ਫਰਾਡ ਕੀਤਾ। ਫਰਾਡ ਦੇ ਵਿੱਚ ਲੜਕੀ ਵੀ ਚਾਰਜ ਹੈ ਔਰ ਮੇਰੇ ਖਿਆਲ ਕਿ ਜਦੋਂ ਉਹ ਇੱਕ ਇੰਡੀਅਨ ਕੌਂਸੂਲੇਟ ਨੂੰ ਵੀ ਮੇਰੇ ਖਿਆਲ ਕਿ ਇਹਨਾਂ ਤਾਂ ਮੈਂ ਇੱਕ ਦੇਵਾਂਗਾ ਜਦੋਂ ਕਲੀਅਰੈਂਸ ਹੋਵੇ ਤਾਂ ਉਹਨੂੰ ਪਤਾ ਕਿ ਚਾਰਜ ਲੱਗੇ ਹੋਏ ਨੇ ਤਾਂ ਫਿਰ ਇਹਨੂੰ ਇਮੀਗ੍ਰੇਸ਼ਨ ਮਿਲ ਸਕੇ ਕਿਉਂਕਿ ਪੁਲਿਸ ਤੋਂ ਕਲੀਅਰੈਂਸ ਲੈਣੀ ਹੈ ਤਾਂ ਉਹਦੇ ਚਾਰਜ ਲੱਗੇ ਹੋਣੇ ਆ। ਸੁਖਪਾਲ ਤੁਹਾਡੇ ਕੋਲੋਂ ਜਦੋਂ ਇਹ ਚਾਰਜ ਸ਼ੀਟ ਲੱਗੀ ਹੋਈ ਹੈ ਫਰਾਡ ਦੀ ਤਾਂ ਸਾਡੇ ਜਦੋਂ ਹਾਈ ਕਮਿਸ਼ਨ ਜਾਂ ਫਿਰ ਕੌਂਸਲ ਜਨਰਲ ਟੋਰਾਂਟੋ ਨੂੰ ਮਿਲਣੀ ਹੈ ਜਦੋਂ ਕਲੀਅਰੈਂਸ ਲੈਣੀ ਹੈ ਤੁਹਾਨੂੰ ਕਲੀਅਰੈਂਸ ਨਹੀਂ ਮਿਲਣੀ ਕੁੜੀ ਨੂੰ, ਇਹਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ। ਦੂਜੀ ਗੱਲ ਹੈ ਅਸੀਂ ਤੁਹਾਨੂੰ ਇੱਕ ਡਰਾਫਟ ਕਰਾਂਗੇ ਲੈਟਰ ਤੋਂ ਦੇਣਾ। ਹੁਣ ਸਰ 5 ਮਿੰਟ ਵਾਸਤੇ ਟੈਲੀਫੋਨ ਲਾਈਨਸ ਜਦੋਂ ਨਹੀਂ ਮਿਲ ਗਿਆ ਮੈਂ ਇੱਕ ਬ੍ਰੇਕ ਤੇ ਗਿਆ ਸੀ ਜ਼ਰੂਰੀ ਸੀਗਾ ਔਰ ਗਿਵ ਮੀ ਕਾਲ 5 ਮਿੰਟ ਦੇ ਵਿੱਚ ਇਸ ਨੌਜਵਾਨ ਲੜਕੀ ਨੂੰ ਕਹਿਣਾ ਕੀ ਚਾਹੁੰਦੇ ਤੁਹਾਡਾ ਸੁਨੇਹਾ ਕੀ ਹੈ? ਇਹ ਲੜਕਾ ਪਰੇਸ਼ਾਨ ਹੈ। 44 ਲੱਖ ਰੁਪਈਆ ਇਸ ਲੜਕੀ ਦਾ ਚਲੇ ਗਿਆ ਔਰ 18 ਸਾਲ ਤੋਂ ਲੈ ਕੇ 17 ਐਕਚੁਅਲੀ 3 ਸਾਲ ਦਾ ਸਫ਼ਰ ਤੈਅ ਕੀਤਾ ਹੈ। ਜਦ ਕਿ 3 ਸਾਲ ਇਹਨੇ ਦੇਖਾ ਖੱਜਲ ਖਰਾਬ ਹੋਇਆ ਆ, ਪੈਸੇ ਵੀ ਖਰਾਬ ਹੋਏ ਆ ਔਰ ਜ਼ਿੰਦਗੀ ਵੀ ਬੰਦੇ ਦੀ ਖਰਾਬ ਹੋਈ ਆ ਤਾਂ ਸਟ੍ਰੈਸ ਵਿੱਚ ਵੀ ਪਰਿਵਾਰ ਆ। ਹੁਣ ਤੁਹਾਡਾ ਕਾਰੋਬਾਰ ਕੀ ਹੈ ਸੁਖਪਾਲ? ਤੁਸੀਂ ਖੇਤੀਬਾੜੀ ਕਰਦੇ ਜਾਂ ਤੁਹਾਡੇ ਕੋਲ ਹੋਰ ਵੀ ਕੋਈ ਬਿਜ਼ਨਸ ਹੈ, ਵਪਾਰ ਹੈ? ਖੇਤੀਬਾੜੀ ਕਰਦੇ ਹਾਂ। ਕਿੰਨੇ ਖੇਤ ਨੇ ਤੁਹਾਡੇ ਕੋਲ? ਕਿੱਲੇ ਜਾਂ ਬਿੱਗੇ ਕੀ ਕਹਿੰਦੇ ਤੁਸੀਂ? ਕਿੱਲੇ। ਕਿੰਨੀ ਖੇਤੀ ਕਰਦੇ ਹੋ? ਕਿੰਨੇ ਖੇਤ? ਕਿੱਲੇ ਆਉਂਦੀ ਹੈ ਮੈਨੂੰ ਜੀ। ਸਿਰਫ 4 ਕਿੱਲਿਆਂ ਦੇ ਮਾਲਕ ਦੱਸੋ ਬੰਦਾ ਕਿੰਨਾ ਪੈਸਾ? ਇਹ ਤੁਸੀਂ ਵੀ ਪੈਸਾ ਜਿਹੜਾ ਖਰਚਾ ਇੰਨਾ ਤੁਸੀਂ ਕਰਜ਼ਾ ਵਗੈਰਾ ਲਿਆ ਕਿਤੋਂ? ਨਹੀਂ ਇਹ ਤੇ ਇੱਕ ਤਾਂ ਹੀ ਅਸੀਂ ਜ਼ਮੀਨ ਵੇਚੀ ਹੈ। ਅੱਛਾ ਜ਼ਮੀਨ ਵੇਚ ਕੇ ਤੁਸੀਂ ਇਹ ਪੈਸੇ ਦਿੱਤੇ ਸਾਰੇ? ਹਾਂਜੀ I see. So ਅਸੀਂ ਤੁਹਾਡੇ ਸੇ ਵਿੱਚ ਕੁਝ ਕਾਲ ਲੈਣੇ ਚਾਹਾਂਗੇ ਉਸ ਤੋਂ ਬਾਅਦ ਅਸੀਂ ਇਸ ਨੂੰ ਵਾਈਂਡ ਅਪ ਕਰਦੇ ਹਾਂ। ਸੋ ਇਸ ਸਾਡੀ ਫਰੀडम ਆਫ ਸਪੀਚ 14 ਲੱਖ ਦੀ ਲਿਮਟ ਬਣਾਈ ਸੀਗੀ। ਅੱਛਾ ਉਹ ਵੀ ਜ਼ਮੀਨ ਵੇਚੀ ਸੀਗੀ। ਉਹ I see. ਸੋ ਤੁਸੀਂ ਲਿਮਟ ਬਣਾਈ ਜ਼ਮੀਨ ਵੇਚੀ I see. ਅਸੀਂ ਕੁਝ ਕਾਲ ਲੈਣੇ ਚਾਹਾਂਗੇ। ਨੰਬਰ 4 ਕਾਲਰ ਕੀ ਕਹਿਣਾ ਚਾਹੁੰਦੇ ਬੋਲੋ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ ਸਰ ਜੀ ਇੰਨਾ ਤੁਹਾਡਾ ਲਾਈਫ ਦਾ ਐਕਸਪੀਰੀਅੰਸ ਹੈ ਤੁਸੀਂ ਛੋਟੇ ਜਿਹੇ ਫੈਸਲੇ ਨੂੰ ਮੁਕਾ ਕੇ ਜਿਹਦਾ ਕਸੂਰ ਹੈ ਗੋਲੀ ਮਾਰ ਕੇ ਪਰਾਂ ਕਰੋ। ਐਕਸਕਿਊਜ਼ ਮੀ ਪਲੀਜ਼ ਨੋ ਡੋਂਟ ਡੂ ਦੈਟ ਕਮ ਔਨ ਬੇਬੀ। ਤੁਸੀਂ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ। ਤੁਸੀਂ ਸਿਸਟਮ ਨੂੰ ਡੀਲੇਲਿੰਗ ਕਰਦੇ ਹੋ। ਫਿਜ਼ੀਕਲੀ ਗੱਲਾਂ ਅਸੀਂ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਇਹਨਾਂ 'ਚ ਬਲੀਵ ਕਰਦੇ ਹਾਂ। ਪਲੀਜ਼ ਕਾਈਂਡਲੀ ਨੰਬਰ 1 ਕਾਲਰ ਕੀ ਕਹਿਣਾ ਚਾਹੁੰਦੇ? ਨਿਸ਼ਾਂਤ ਬੋਲੋ। ਬੱਚੇ ਸਰ ਸਤਿ ਸ਼੍ਰੀ ਅਕਾਲ ਸਰ। ਤੁਸੀਂ ਇੰਨੀਆਂ ਜ਼ਿਆਦਾ ਸਟੋਰੀਜ਼ ਅੱਛੀਆਂ ਲੈ ਕੇ ਆਉਂਦੇ ਹੋ ਔਰ ਸਭ ਦੇ ਵਿੱਚ ਕਰੈਕਸ ਇਹੀ ਹੁੰਦਾ ਕਿ ਇੰਡੀਆ ਤੋਂ ਕੋਈ ਕੈਨੇਡਾ ਆਉਣਾ ਚਾਹੁੰਦਾ ਹੈ ਤੇ ਉਹਦੇ ਨਾਲ ਸਭ ਫਰਾਡ ਹੋ ਜਾਂਦਾ। ਸਰ ਸਾਰਾ ਕਸੂਰ ਇੱਥੋਂ ਦੀ ਇਮੀਗ੍ਰੇਸ਼ਨ ਪਾਲਿਸੀ ਦਾ ਜੇ। ਸਰ ਇਹੋ ਜਿਹੇ ਕੇਸ ਨਾ ਕਦੀ USA ਹੋਣਗੇ, ਇਹੋ ਜਿਹੇ ਕੇਸ ਕਦੀ ਆਸਟ੍ਰੇਲੀਆ ਵੀ ਨਹੀਂ ਹੋਣਗੇ, ਇਹੋ ਜਿਹੇ ਕੇਸ ਕਦੀ ਕਿਸੇ ਹੋਰ ਡਿਵੈਲਪਡ ਕੰਟਰੀ 'ਚ ਹੋਣਗੇ ਹੀ ਨਹੀਂ। ਜਦ ਤੱਕ ਅਸੀਂ ਪਾਲਿਸੀ ਇਮੀਗ੍ਰੇਸ਼ਨ ਸੈੱਟ ਨਹੀਂ ਕਰਾਂਗੇ ਤਦ ਤੱਕ ਸਰ ਕੁਝ ਨਹੀਂ ਹੋਏਗਾ। ਮੈਂ ਸਰ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ। ਸਰ ਮੇਰਾ ਫਰੈਂਡ ਦੀ ਮੈਰਿਜ ਹੋਈ ਹੈ, ਇਜ਼ IT, ਉਹ US ਦੀ ਲੜਕੀ ਹੈਗੀ ਹੈ। ਸਰ ਉਹਨਾਂ ਨੇ ਤੁਸੀਂ ਮੰਨੋਗੇ ਨਹੀਂ ਉਹਦੇ ਘਰ ਆ ਕੇ ਰਾਤੀ 2 ਵਜੇ ਇਨਵੈਸਟੀਗੇਟ ਕੀਤਾ ਕਿ ਹਾਊ ਦੇ ਆਰ ਲਿਵਿੰਗ ਤੇ ਉਹ ਕਿਸ ਤਰ੍ਹਾਂ ਸ਼ਾਦੀ ਕਰ ਰਹੇ ਤੇ ਦੇ ਆਰ ਮੈਰਿਡ ਕਪਲ ਔਰ ਨੋ। ਸਰ ਇੱਥੋਂ ਤੱਕ ਦੇ ਅਗਲੇ US ਵਾਲੇ ਜਾਂਦੇ ਪਏ ਆ ਜਿੱਥੇ 16 ਕਰੋੜ ਆਬਾਦੀ ਹੈ। ਸਰ ਸਾਰੀ ਪ੍ਰੋਬਲਮ ਹੀ ਕੈਨੇਡਾ ਇਮੀਗ੍ਰੇਸ਼ਨ ਦੀ ਪਾਲਿਸੀ ਜਦ ਤੱਕ ਠੀਕ ਨਹੀਂ ਹੋਣਗੀਆਂ ਇਹ ਸਭ ਨੂੰ ਵੰਡੀ ਜਾਂਦੇ ਪਏ ਆ ਲੱਡੂ। ਆਜੋ ਜੀ ਆਜੋ ਜੀ ਆਜੋ। ਇਦਾਂ ਦੇ ਬੇੜਾ ਗਰਕ ਹੋ ਰਿਹਾ। LMA ਵੇਚੀ ਜਾ ਰਹੀਆਂ ਨੇ ਔਰ ਫਰਾਡ ਮੈਰਿਜਸ ਹੋ ਰਹੀਆਂ ਨੇ ਇੰਡੀਆ ਦੇ ਅੰਦਰ। ਅੱਜ ਲੋਕ ਕੈਨੇਡਾ ਦੀ ਸਰਕਾਰ ਜਿਹੜੀ ਆ ਇਹ ਕਿਉਂ ਨਹੀਂ ਸੋਚ ਰਹੀ ਇਹਦੇ ਬਾਰੇ? ਜੀ ਸਰ 70 ਲੱਖ 40 ਲੱਖ ਰੁਪਏ ਰੇਟ ਹੋ ਗਿਆ ਸਰ LMI ਦਾ। ਸਰ ਨੈਨੀ ਇੰਡੀਆ ਤੋਂ ਆ ਰਹੀ ਹੈ, ਉਹ ਨੈਨੀ ਕੋਈ ਨਹੀਂ ਆਉਂਦੀਆਂ ਪਈਆਂ, ਉਹ ਰੈਸਟੋਰੈਂਟਾਂ 'ਚ ਕੰਮ ਹੋ ਰਿਹਾ, ਇੱਧਰ ਕੰਮ ਹੋ ਰਿਹਾ। ਹਰ ਤਰ੍ਹਾਂ ਦਾ ਫਰਾਡ ਪੋਸੀਬਲ ਕੋਈ ਹੋ ਸਕਦਾ ਹੈ ਉਹ ਇਮੀਗ੍ਰੇਸ਼ਨ ਦੇ ਨਾਂ ਤੇ ਹੋ ਰਿਹਾ ਸਰ ਅੱਜ ਦੀ ਡੇਟ 'ਚ। ਇਹ ਤਾਂ ਇਮੀਗ੍ਰੇਸ਼ਨ ਦਾ ਡਿਪਾਰਟਮੈਂਟ ਆ ਜਾਂ ਸਾਡੀ ਮੌਜੂਦਾ ਸਰਕਾਰ ਹੈ ਇਹ ਸੁੱਤੀ ਕਿਉਂ ਪਈ ਹੈ? ਸਾਡੇ ਜਿਹੜੇ MPs ਨੇ ਇਹ ਜਾਗਣ ਇਹ ਫਰਾਡ ਕਿਉਂ ਹੋ ਰਿਹਾ ਹੈ ਜੀ? ਰਿਸਪੌਂਸਿਬਲ ਫਾਰ ਦੈਟ ਜ਼ਿੰਮੇਵਾਰ ਲੋਕ ਨੇ। ਹਾਂਜੀ
ਕੋਲੈਬੋਰੇਟਿਵ ਸਰਕਾਰ ਹੈ ਸਰ, ਕੋਈ ਮੈਂਡੇਟ ਨਹੀਂ ਇਹਨਾਂ ਕੋਲ ਹੈਗਾ, ਇਹ ਅਪੀਜ਼ਮੈਂਟ ਦੀ ਪਾਲਿਸੀਆਂ ਲੈ ਕੇ। ਸਾਡੇ ਜਿਹੜੀ ਨਵੀਂ ਇਹ ਸਰਕਾਰ ਆ ਇਹਦੇ ਵਿੱਚ ਕੁਝ MP ਸਾਹਿਬਾਨ ਬੜੇ ਚੰਗੇ ਨੇ, ਕੁਝ ਮੰਤਰੀ ਚੰਗੇ ਨੇ, ਕੁਝ ਤਾਂ ਬਸ ਘਰਾੜੇ ਮਾਰਨ ਵਾਲੇ ਨੇ। ਔਰ ਮਿਸਟਰ ਘਰਾੜੇ ਵਾਲਿਆਂ ਨੇ ਕੰਮ ਖਰਾਬ ਕੀਤਾ, ਹਾਂਜੀ ਸਿੱਧੂ ਨੇ ਇੱਥੇ, ਹਾਂਜੀ ਸੋ ਨਰਿੰਦਰ ਉਹਨਾਂ ਦੇ ਬੇਟਾ, ਔਰ ਤੁਸੀਂ ਜਾਣਦੇ ਹੋ ਕਿ ਬੜੇ ਹਾਰਡ ਵਰਕਿੰਗ ਨੇ ਔਰ ਬਹੁਤ ਅੱਛਾ ਐਟੀਟਿਊਡ ਹੈ ਇਹਨਾਂ ਦਾ, ਇੰਡੀਆ ਨਾਲੋਂ ਬੈਟਰ MP। ਇਹ ਸਭ ਦਾ ਨਹੀਂ ਹੈ, ਸਭ ਦਾ ਨਹੀਂ ਹੈ, ਕਈ MP ਹਾਂ ਕਈ MP ਤਾਂ ਤੁਸੀਂ ਸੁਰਖੀਆਂ ਬਿੰਦੀਆਂ ਲਾਉਣ ਵਾਲੇ ਨੇ। ਹਾਂਜੀ ਹਾਂ, ਉਹ ਕੁਝ ਨਹੀਂ ਕਰਨਗੇ ਸਰ, ਇਹਨਾਂ ਨੇ ਸਾਰੇ ਵਿਚਾਰੇ ਪੰਜਾਬੀਆਂ ਦਾ। ਕੁਝ MP ਸਾਹਿਬਾਨ ਜਿਹੜੇ ਨੇ ਔਰ ਲੋਕਾਂ ਨੂੰ ਦੁੱਖ ਸੁੱਖ ਵਿੱਚ ਘਰਾਂ ਜਾਂਦੇ ਨੇ, ਕੋਵਿਡ ਵਿੱਚ ਵੀ ਗਏ ਨੇ, ਲੋਕਾਂ ਨੂੰ ਮਦਦ ਜਿਹੜੀ ਦਿੱਤੀ ਆ। ਇਹ ਲੜਕੇ ਨੂੰ ਮੈਂ ਇੱਕ ਛੋਟੀ ਜਿਹੀ ਲਾਈਨ ਕਵਾਂਗਾ, ਇੱਕ ਨਾ Song ਹੈਗਾ ਆਜਾ ਵੇ ਜ਼ਿੰਦਗੀ, ਆਜਾ ਆਜਾ ਜ਼ਿੰਦਗੀ, ਹਰਦੀਪ ਗਰੇਵਾਲ ਦਾ। ਸਰ ਮੈਂ ਤੁਹਾਨੂੰ ਵੀ ਕਵਾਂਗਾ ਆਪਣੇ ਸ਼ੋਅ ਤੇ ਕਦੀ 3 ਮਿੰਟ ਤੁਹਾਡੇ ਕੋਲ ਫ੍ਰੀ 에ਅਰ ਟਾਈਮ ਹੋਏਗਾ ਚਲਾਣਾ ਸਰ, ਇਹ ਮੁੰਡੇ ਨੂੰ ਕਵਾਂਗਾ ਉਹ ਗਾਣਾ ਨਿਸ਼ਾਂਤ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਦੌਰਾਨ ਕੋਈ ਵੀ ਗੀਤ ਨਹੀਂ ਲਾ ਸਕਦੇ ਕਿਉਂਕਿ YouTube ਤੇ ਕਾਪੀਰਾਈਟ ਦਾ ਇਸ਼ੂ ਹੋਏਗਾ ਤੁਹਾਨੂੰ। ਸਰ ਇਹ ਬੰਦੇ ਨੂੰ ਸੁਜੈਸਟ ਮੈਂ ਕਰ ਰਿਹਾ ਮੁੰਡੇ ਨੂੰ, I got your point, ਮੇਰੇ ਭਰਾਵਾਂ ਵਾਂਗੂ ਆਜਾ ਆਜਾ ਜ਼ਿੰਦਗੀ ਜ਼ਰੂਰ ਸੁਨੇ। ਥੈਂਕ ਯੂ ਸੋ ਮਚ, ਲਾਈਵ ਚੇਂਜ। ਥੈਂਕਸ ਨਿਸ਼ਾਂਤ ਸੋ ਮਚ ਬੱਤੀ ਸਰ ਜੀ। ਓਕੇ ਨੰਬਰ 4 ਕਾਲਰ ਬੋਲੋ। ਕਿੱਦਾਂ ਦੇ ਫਰੋਡੀਆਂ ਨੂੰ ਬਾਸੀ ਜੀ ਬਿਗ ਬੌਸ ਤੇ ਜਾਣਾ ਚਾਹੀਦਾ, ਉੱਥੇ ਰਾਖੀ ਸਾਹਿਬ ਸੈੱਟ ਕਰੋਗੇ ਇਹਨਾਂ ਨੂੰ। ਨੰਬਰ 6 ਕਾਲਰ ਪਲੀਜ਼। ਹਾਂਜੀ ਬਾਦ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਬੋਲੋ ਜੀ, ਬੋਲੋ ਸਰ। ਬਾਸੀ ਸਾਹਿਬ ਦੇਖੋ ਇੱਥੇ ਤਾਂ ਬੇੜਾ ਗਰਕ ਗਿਆ, ਸਾਰੀ ਦੁਨੀਆ ਦੇ ਠੱਗ ਚੋਰ ਕੁੱਤੇ ਬੰਦੇ ਕੈਨੇਡਾ 'ਚ ਰਹਿੰਦੇ ਆ ਜੀ, ਇੰਨੇ ਤਾਂ ਹਿੰਦੁਸਤਾਨ 'ਚ ਵੀ ਠੱਗ ਨਹੀਂ ਹੈਗੇ ਜਿੰਨੇ ਇੱਥੇ ਨੇ। ਇੱਥੇ ਤਾਂ ਘਰ ਘਰ 'ਚ ਠੱਗ ਹੈ ਜੀ, ਦੱਸੋ ਕੀ ਕਰੋਗੇ? ਨਹੀਂ ਸਾਰੇ ਲੋਕ ਤਾਂ ਠੱਗ ਨਹੀਂ ਹੈ, ਕੈਨੇਡਾ 'ਚ ਰਹਿੰਦੇ ਨੇ। ਆਈ ਐਮ ਨਾਟ ਐਗਰੀ ਵਿਦ ਦੈਟ ਕਿ ਕੁਝ ਠੱਗ ਨੇ ਔਰ ਹਰ ਖੇਤਰ ਵਿੱਚ ਠੱਗ ਨੇ, ਔਰ ਸਾਰੇ ਠੱਗ ਕੈਨੇਡਾ ਵਿੱਚ ਨਹੀਂ ਰਹਿੰਦੇ। ਇਹ ਠੱਗ ਜਿਹੜੇ ਨੇ ਹਾਲੇ ਬਨਾਰਸ ਵਿੱਚ ਵੀ ਨੇ। ਡੋਂਟ ਵਰੀ ਸਾਹਿਬ ਰਹਿੰਦੇ ਨੇ ਜੀ ਇੱਥੇ ਤਾਂ ਦੇਖੋ ਇਹ ਜਮਾ ਪੱਠਾ ਬੈਠਿਆ ਹੋਇਆ ਜੀ ਇਮੀਗ੍ਰੇਸ਼ਨ ਦਾ, ਠੀਕ ਹੈ ਨਾ ਜੀ। ਇੱਥੇ ਹੈ ਹੀ ਨਹੀਂ ਜੀ, ਕੋਈ ਗੱਲ ਹੀ ਨਹੀਂ ਹੈਗੀ। ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਦੇਖ ਲਓ, ਉਹਨਾਂ ਦੇ ਰੂਲ ਤਾਂ ਹੈਗੇ ਨੇ ਨਾ ਜੀ ਇਮੀਗ੍ਰੇਸ਼ਨ ਦੇ, ਅਮਰੀਕਾ ਦੇ ਲਾ ਲਓ, ਪਰ ਇੱਥੇ ਕੈਨੇਡਾ 'ਚ ਕੁਝ ਵੀ ਨਹੀਂ ਹੈਗਾ ਜੀ। ਥੈਂਕ ਯੂ ਸੋ ਮਚ। ਸੋ ਗੌਦਾ ਪੰਜਾਬ 'ਚ ਤੁਹਾਡੇ ਸੇਵੇ ਵਿੱਚ 1 ਮਿੰਟ ਹੋਰ ਤੁਹਾਨੂੰ ਦੇਵਾਂਗੇ ਕਿ ਇਹ ਸੀ ਸੁਖਪਾਲ ਜਿਸ ਨੇ 44 ਤੋਂ 45 ਲੱਖ ਰੁਪਈਆ ਬਰਬਾਦ ਕੀਤਾ ਤੇ 3 ਸਾਲ ਦੀ ਬਰਬਾਦੀ ਵੀ ਹੋਈ ਸਮੇਂ ਦੀ ਵੀ। ਔਰ ਇਹ ਜਿਹੜਾ ਸਮਾਂ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਬੰਦਾ ਕਮਾ ਸਕਦਾ ਆ, ਪਰ ਜਿਹੜਾ ਸਮਾਂ ਜ਼ਿੰਦਗੀ ਦੇ ਵਿੱਚੋਂ ਚਲੇ ਗਿਆ ਆ ਉਹ ਗੈਪ ਜਿਹੜਾ ਕੌਣ ਪੂਰਾ ਕਰ ਸਕਦਾ ਹੈ? ਸੋ ਇਹ ਦਿਨ ਬੇ ਦਿਨ ਫਰਾਡ ਵੱਧਦਾ ਜਾ ਰਿਹਾ ਹੈ ਇਮੀਗ੍ਰੇਸ਼ਨ ਦੇ ਨਾਮ ਤੇ। ਇਹਨੂੰ ਰੋਕਿਆ ਕੌਣ ਜਾ ਸਕਦਾ ਹੈ? ਇਹ ਜ਼ਿੰਮੇਵਾਰ ਕੌਣ ਹੈ? ਇਹ ਹੁਣ ਸਾਡਾ ਸਮਾਜ ਜਿਹੜਾ ਸਾਡੇ ਕੈਨੇਡੀਅਨ ਵੋਟਰ ਹੈ, ਅਸੀਂ ਉੱਥੇ ਛੱਡਦੇ ਹੋਏ ਅੱਜ ਦੀ ਸਟੋਰੀ ਨੂੰ ਇੱਥੇ ਅਸੀਂ ਖਤਮ ਕਰਦੇ ਹਾਂ। ਸੁਖਪਾਲ ਅਸੀਂ ਆਸ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਇਨਸਾਫ ਮਿਲੇ, ਔਰ ਇਨਸਾਫ ਦੀ ਉਡੀਕ ਦੇ ਵਾਸਤੇ ਕੁਦਰਤੀ ਗੱਲ ਹੈ ਕਿ ਸਾਨੂੰ ਸਮਾਂ ਦੀ ਉਡੀਕ ਕਰਨੀ ਪੈਂਦੀ ਹੈ। ਔਰ ਮੇਰੇ ਖਿਆਲ ਕਿ ਦਲਪ੍ਰੀਤ ਸਿੱਖੋ ਨੇ ਉਹਨਾਂ ਨਾਲ ਅਸੀਂ ਲਾਸਟ ਗੱਲਬਾਤ ਕਰਦੇ ਹਾਂ, ਔਰ ਅਸੀਂ ਵੈਸੇ ਸਟੋਰੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਸਟੋਰੀਆਂ ਜਿਹੜੀਆਂ ਨੇ ਇਹ ਸਾਡਾ ਮਕਸਦ ਤੁਹਾਡੇ ਤੱਕ ਪਹੁੰਚਾਉਣ ਦਾ ਕੀ ਹੈ ਕਿ ਲੋਕਾਂ ਨੂੰ ਦੱਸਣਾ ਕਿ ਤੁਹਾਡੇ ਵੀ ਜਾਣਨ ਵਾਲੇ ਕੋਈ ਵੀ ਇਸ ਤਰ੍ਹਾਂ ਦੀ ਸ਼ਾਦੀ ਜਿਹੜੀ ਨਾ ਕਰਨ ਜਿਸ ਦੇ ਵਿੱਚ ਪੈਸਾ ਇਨਵੋਲਵ ਹੈ। ਕੋਈ ਲੜਕੀਆਂ ਇੱਥੇ ਆੜ ਕੇ ਮੁੱਕਰ ਜਾਂਦੀਆਂ ਨੇ। ਲੜਕੀਆਂ ਮੁੱਕਰਨ ਦਾ ਕਾਰਨ ਉਹਨਾਂ ਦਾ ਫਿਊਚਰ ਜਿਹੜਾ ਹੈ, ਆਈ ਡੋਂਟ ਨੋ ਕਾਰਨ ਕੀ ਹੈ ਇਹਦੇ ਪਿੱਛੇ, ਕਿਉਂਕਿ ਲੋਕ ਪੈਸੇ ਲੈਂਦੇ ਨੇ, ਉਸ ਤੋਂ ਬਾਅਦ ਲੋਕ ਜਿਹੜੇ ਨੇ ਇੱਥੇ ਆਣ ਕੇ ਲੜਕੀਆਂ ਦੂਜੇ ਮੁੰਡੇ ਲੱਭ ਲੈਂਦੀਆਂ ਨੇ, ਜਾਂ ਫਿਰ ਉਹਨਾਂ ਨੇ ਕੋਈ ਹੋਰ ਪੈਸੇ ਉਹਨਾਂ ਨੂੰ ਬਣਾਉਣ ਦਾ ਸਾਧਨ ਹੈ। ਆਈ ਹੈਵ ਨੋ ਐਨੀ ਆਈਡੀਆ, ਬਟ ਇਹ ਟਰੂ ਐਂਡ ਫੈਕਟ ਹੈ ਕਿ ਕੈਨੇਡਾ ਦੇ ਵਿੱਚ ਲੋਕੀ ਆਣ ਕੇ ਇੱਥੇ ਮੁੱਕਰ ਜਾਂਦੇ ਨੇ ਵੱਡੀ ਗਿਣਤੀ ਵਿੱਚ। ਇਹ ਜ਼ਿਆਦਾ ਲੜਕੀਆਂ ਮੁੱਕਰਦੀਆਂ ਨੇ, ਲੜਕੇ ਘੱਟ ਆਉਂਦੇ ਨੇ। ਲੜਕੀਆਂ ਤੂੰ ਦੇਖਿਆ ਹੋਣਾ ਕਿ ਜ਼ਿਆਦਾਤਰ ਲੜਕੀਆਂ ਹੀ ਇੱਥੇ ਆਉਂਦੀਆਂ ਨੇ ਤੇ ਲੜਕੇ ਇੰਡੀਆ ਸਾਡੇ ਨਾਲ ਗੱਲਬਾਤ ਕਰਦੇ ਨੇ। ਇਹੋ ਜਿਹੀਆਂ ਸਾਡੇ ਪਾਸ ਹੋਰ ਨੰਬਰਸ ਆਫ ਸਟੋਰੀਜ਼ ਨੇ। ਅਸੀਂ ਤੁਹਾਡੇ ਸੇਵਾ ਵਿੱਚ ਇੱਥੇ ਸਮਾਪਤ ਕਰਦੇ ਹਾਂ, ਅਸੀਂ ਵਾਪਸ ਆ ਰਹੇ ਹਾਂ। ਸੁਖਪਾਲ ਅਸੀਂ ਤੁਹਾਨੂੰ ਗੱਲਬਾਤ ਕਰਨ ਬੜੀ ਮਿਹਰਬਾਨੀ ਆਗੇ ਲੈ ਰਹੇ ਹਾਂ। ਲੈਟ ਮੀ ਟੇਕ 1 ਸੈਕਿੰਡ ਪਲੀਜ਼। ਹਾਂਜੀ ਸੁਖਪਾਲ ਮੈਂ ਆਗੇ ਲੈ ਰਿਹਾ, ਬੜੀ ਮਿਹਰਬਾਨੀ। ਔਰ ਸਾਨੂੰ ਬੜਾ ਦੁੱਖ ਹੈ ਔਰ ਅਸੀਂ ਕਲੋਜ਼ਿੰਗ ਰਿਮਾਰਕਸ ਦੇਣਾ ਚਾਹਾਂਗੇ ਕਿ ਅੱਜ ਪ੍ਰੋਗਰਾਮ ਜਿਹੜੀ ਗੱਲਬਾਤ ਹੋਈ ਆ ਇਹ 1 ਸਾਈਡਡ ਸਟੋਰੀ ਕਿਉਂ ਮੈਂ ਕਹਿ ਰਿਹਾ, ਕਿਉਂਕਿ ਹਾਲੇ ਸਾਡੇ ਪਾਸ ਭਾਵੇਂ ਕਿ ਬਹੁਤ ਸਾਰੇ ਸਬੂਤ ਸ਼ਾਮਲ ਨੇ। ਝੂਠ ਬੋਲਿਆ ਗਿਆ ਹੈ ਲੜਕੀ ਦੇ ਬਾਪ ਵੱਲੋਂ, ਪਰ ਲੜਕੀ ਅਸ਼ਮਨਦੀਪ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਉਹ ਆਪਣਾ ਪੱਖ ਰੱਖਣ ਲਈ ਸਾਡੇ ਨਾਲ ਤਾਲਮੇਲ ਕਰੇ, ਔਰ ਜਾਂ ਅਸੀਂ ਤਾਲਮੇਲ ਕਰਾਂਗੇ ਕਿ ਸਾਡੇ ਪਾਸ ਜਿਹੜਾ ਨੰਬਰ ਹੈ ਉਹਨਾਂ ਦਾ ਕੰਮ ਨਹੀਂ ਕਰ ਰਿਹਾ। ਅਸ਼ਮਨਦੀਪ ਕੌਰ, ਵੀ ਰਿਸਪੈਕਟ ਯੂ, ਤੁਸੀਂ ਆਪਣਾ ਪੱਖ ਰੱਖੋ। ਤੁਸੀਂ ਦੱਸੋ ਕਿ ਤੁਸੀਂ ਆਪਣੀ ਸ਼ਾਦੀ ਜਿਹੜੀ ਆ ਔਰ ਪੈਸੇ ਲੈ ਕੇ ਤੁਹਾਡੇ ਫਾਦਰ ਨੇ ਇਹ ਕਬੂਲ ਕੀਤਾ ਆ ਪੁਲਿਸ ਅੱਗੇ, ਜੱਜ ਅੱਗੇ, ਕਿ ਅਸੀਂ ਪੈਸੇ ਲਏ ਆ ਔਰ ਫੀਸ ਜਿਹੜੀ ਉਹਨਾਂ ਨੇ ਕੀਤੀ ਆ, ਔਰ ਤੁਸੀਂ ਕਮਿਟਮੈਂਟ ਪੂਰੀ ਕੀਤੀ ਆ, ਸਪਾਂਸਰਸ਼ਿਪ ਜੇ ਨਹੀਂ ਕੀਤੀ, ਔਰ ਇਹਦੇ ਬਾਰੇ ਵਿੱਚ ਅਸੀਂ ਤੁਹਾਡੀ ਉਡੀਕ ਕਰਾਂਗੇ। 1 ਸਾਈਡ ਸਟੋਰੀ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਔਰ ਸਟੇਸ਼ਨ ਦਾ ਸਹਿਮਤ ਹੋਣਾ ਸਾਡਾ BBC ਟੋਰਾਂਟੋ ਦਾ ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਤੁਹਾਡੇ ਆਪੋ ਆਪਣੇ ਵਿਚਾਰ ਨੇ, ਤੁਹਾਡੀ ਆਪੋ ਆਪਣੀ ਜੱਜਮੈਂਟ ਹੈ। ਪਰ ਜਿਹੜੀ ਜੱਜਮੈਂਟ ਦੇ ਵਿੱਚ ਸਾਫ਼ ਦੋਸ਼ ਲਾਏ ਗਏ ਸੀ ਪੰਜਾਬ ਪੁਲਿਸ ਦੇ ਅਫਸਰਾਂ ਤੇ, ਪੰਜਾਬ ਪੁਲਿਸ ਦੇ ਭਾਵੇਂ ਕਿ ਉਹ ਕਾਂਸਟੇਬਲ ਹੋਣਗੇ ਚਾਹੇ ਫਿਰ ਉਹ ਕਿਸੇ ਹੋਰ ਰੈਂਕ ਦੇ ਹੋਣਗੇ, ਜਦੋਂ ਮੈਂ ਕਿਹਾ ਕਿ ਤੁਸੀਂ ਝੂਠ ਲਾਇਆ, ਝੂਠ ਬੋਲਿਆ ਔਰ ਤੁਹਾਡੇ ਤੇ ਇੱਕ ਹੋਰ
ਚਾਰਜ ਲੱਗਣੇ ਨੇ। ਉਸ ਤੋਂ ਬਾਅਦ ਪੂਰਾ ਟਵਿਸਟ ਕਰਕੇ ਕੁਲਦੀਪ ਜੀ ਕਹਿੰਦੇ ਜੀ ਮੈਂ ਤਾਂ ਕਿਹਾ ਹੀ ਨਹੀਂ, ਕੁਲਵੀਰ ਕਹਿੰਦਾ ਮੈਂ ਤਾਂ ਪੁਲਿਸ ਨੂੰ ਕਿਹਾ ਹੀ ਨਹੀਂ ਆ। ਸੋ ਕਿੰਨਾ ਝੂਠ ਬੋਲਿਆ, ਸਾਫ਼ ਝੂਠ ਬੋਲਿਆ, ਦਿਨ ਦਿਹਾੜੇ ਝੂਠ ਬੋਲਿਆ। ਭਾਵੇਂ ਕਿ ਪੰਜਾਬ ਦੇ ਵਿੱਚ ਰਾਤ ਹੈ ਪਰ ਸਾਡੇ ਟੋਰਾਂਟੋ ਤੇ ਦੁਪਹਿਰ ਹੈ। ਯਾਰ ਇੰਨਾ ਝੂਠ ਨਾ ਬੋਲ ਕਿ ਸਾਡੇ ਟੋਰਾਂਟੋ ਵਿੱਚ ਵੀ ਰਾਤ ਪੈ ਜਾਵੇ ਇੰਨੇ ਝੂਠ ਨਾਲ। ਅਸੀਂ ਵਾਪਸ ਆ ਰਹੇ ਹਾਂ ਇਹਨਾਂ ਸਿੱਖਪਾਲ ਅਸੀਂ ਅੱਗੇ ਲੈ ਰਹੇ ਹਾਂ। ਗੁੱਡ ਨਾਈਟ। ਗੁੱਡ ਨਾਈਟ ਜੀ।